ਰੈਗੂਲਰ ਦਾ ਜਿਹੜਾ ਹੈਗੀਆਂ ਆ ਇਹ ਆਪਾਂ ਇਹਨਾਂ ਚੀਜ਼ਾਂ ਨੂੰ ਇੱਕ ਮੈਂਟਲੀ ਜਿਹੜਾ ਕਹਿ ਲਓ ਕਿ ਇੱਕ ਸਟੇਬਿਲਿਟੀ ਨਹੀਂ ਹੈਗੀ ਸਾਡੀ, ਕਿਉਂਕਿ ਅਸੀਂ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਸੋਚ ਚੁੱਕੇ ਆ ਕਿ ਆਪਾਂ ਦਵਾਈਆਂ ਤੋਂ ਬਿਨਾ ਨਹੀਂ ਠੀਕ ਹੋ ਸਕਦੇ। ਇਹਦੇ ਲਈ ਸਾਨੂੰ ਅਗਰ ਬੁਖਾਰ ਚੜਿਆ ਡਾਕਟਰ ਸਾਨੂੰ ਕੋਈ ਦਵਾਈ ਲਿਖ ਕੇ ਦਊਗਾ ਫੇਰ ਹੀ ਅਸੀਂ ਠੀਕ ਹੋਵਾਂਗੇ। ਅਗਰ ਘਰ ਦੇ ਵਿੱਚ ਤੁਹਾਨੂੰ ਕੋਈ ਮਤਲਬ ਕੁਦਰਤੀ ਢੰਗ ਨਾਲ ਜਾਂ ਕੋਈ ਸਾਨੂੰ ਖੁਦ ਨੂੰ ਵੀ ਕਈ ਵਾਰ ਇਦਾਂ ਦੇ ਦੇਸੀ ਨੁਸਖੇ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਪਤਾ ਹੁੰਦੇ ਹੋਏ ਵੀ ਆਪਾਂ ਉਹਨਾਂ ਦੇ ਵੱਲ ਨਾ ਜਾਣ ਦੀ ਕੋਸ਼ਿਸ਼ ਕਰਦੇ ਆ। ਆਪਾਂ ਜਾਂਦੇ ਆ ਸਿੱਧਾ ਡਾਕਟਰ ਕੋਲ ਵੀ ਨਹੀਂ ਜਾਂਦੇ, ਸਿੱਧਾ ਕੈਮਿਸਟ ਕੋਲ ਚਲੇ ਜਾਂਦੇ ਆ, ਜਿੱਥੇ ਉਹ ਤੁਹਾਨੂੰ ਤੁਸੀਂ ਉਹਨਾਂ ਨੂੰ ਦੱਸਦੇ ਸਾਨੂੰ ਬੁਖਾਰ ਆ, ਜ਼ੁਕਾਮ ਹੋ ਗਿਆ ਆ, ਗਲਾ ਖਰਾਬ ਆ ਜਾਂ ਬਸ ਇਹ ਕੱਲ ਦੀ ਇਹੀ ਪ੍ਰੋਬਲਮ ਆ ਰਹੀ ਆ, ਤਾਂ ਕੈਮਿਸਟ ਜਿਹੜੇ ਆਪਣੇ ਅਕੋਰਡਿੰਗਲੀ ਜਿੰਨਾ ਕੁ ਉਹਨਾਂ ਨੂੰ ਨੌਲੇਜ ਹੈ, ਕਿਉਂਕਿ ਉਹਨਾਂ ਨੂੰ ਸਿਰਫ ਦਵਾਈ ਦੀ ਨੌਲੇਜ ਹੈ ਕਿ ਕਿਹੜੀ ਦਵਾਈ ਹੈਗੀ ਆ, ਕਿੰਨੇ mg ਦੀ ਆ ਜਾਂ ਕਿੱਦਾਂ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨੂੰ ਕਿੰਨੇ ਮਾਤਰਾ ਦੇ ਵਿੱਚ ਦੇਣੀ ਚਾਹੀਦੀ ਆ, ਜਾਂ ਜੇ ਬੁਖਾਰ ਆ ਉਹਦੇ ਵਿੱਚ ਕਿੰਨੇ mg ਦੀ ਚੀਜ਼ਾਂ ਦੇਣੀਆਂ ਆ, ਜਾਂ ਫਿਰ ਕਿਹੜੀ ਗੋਲੀ ਆ ਕਿੰਨੇ ਟਾਈਮ ਦੇਣੀ। ਉਹ ਸਿਰਫ ਆਪਣੇ ਇੱਕ ਅੰਦਾਜ਼ੇ ਦੇ ਨਾਲ ਉਹ ਚੀਜ਼ ਸਾਨੂੰ ਦੇ ਦਿੰਦੇ ਆ, ਔਰ ਸਾਨੂੰ ਉਹ ਇੱਕ ਵਾਰ ਦੋ ਵਾਰ ਸ਼ਾਇਦ ਫਰਕ ਵੀ ਪਾ ਦਿੰਦੀ ਆ, ਲੇਕਿਨ ਉਹਦੇ ਨਾਲ ਜਿਹੜੀ ਸਾਡੇ ਲੀਵਰ ਦੇ ਉੱਤੇ ਇਫੈਕਟ ਪੈਂਦਾ ਆ ਉਹ ਸਾਨੂੰ ਪਤਾ ਲੱਗਦਾ ਬਹੁਤ ਹੀ ਜ਼ਿਆਦਾ ਟਾਈਮ ਬਾਅਦ ਜਾ ਕੇ, ਜਦੋਂ ਸਾਨੂੰ ਉਹਦੇ ਨਾਲ ਢੇਰ ਸਾਰੀਆਂ ਦਿੱਕਤਾਂ ਆ ਜਾਂਦੀਆਂ। ਫੈਟੀ ਲੀਵਰ ਹੋ ਜਾਂਦਾ, ਬੋਡੀ 'ਚ ਫੈਟ ਵੱਧ ਜਾਂਦੀ ਹੈਗੀ ਆ, ਇੰਨੀ ਜ਼ਿਆਦਾ ਫੈਟ ਵੱਧ ਜਾਂਦੀ ਆ ਕਿ ਉਹਦੇ ਕਾਰਨ ਜਿਹੜੀ ਤੁਹਾਨੂੰ ਹੋਰ ਦਿੱਕਤਾਂ ਹੈਗੀਆਂ, ਹੋਰ ਪ੍ਰੋਬਲਮਸ ਹੈਗੀਆਂ, ਹੋਰ ਪ੍ਰੋਬਲਮਸ ਜਿਵੇਂ ਕਿ ਤੁਹਾਡੇ ਥਾਇਰਾਇਡ ਵਧਣਾ। ਕਈਆਂ ਨੂੰ ਥਾਇਰਾਇਡ ਵੀ ਦੋ ਤਰੀਕੇ ਦਾ ਹਰ ਵਾਰ ਆਪਾਂ ਡਿਸਕਸ ਕਰਦੇ ਆ ਜਦੋਂ ਥਾਇਰਾਇਡ ਦਾ ਟੌਪਿਕ ਆਉਂਦਾ ਆ ਕਿ ਦੋ ਤਰੀਕੇ ਦਾ, ਇੱਕ ਜਿਹਦੇ ਵਿੱਚ ਭਾਰ ਵੱਧਦਾ ਹੈਗਾ, ਇੱਕ ਜਿਹਦੇ ਵਿੱਚ ਭਾਰ ਘਟਦਾ ਹੈਗਾ। ਲੇਕਿਨ ਮੋਸਟ ਆਫ ਲੋਕਾਂ ਨੂੰ ਜਿਹੜਾ ਭਾਰ ਵਧਣ ਵਾਲਾ ਥਾਇਰਾਇਡ ਹੁੰਦਾ ਆ ਉਹ ਕਿਉਂ ਹੁੰਦਾ? ਬਿਕੋਜ਼ ਆਫ ਬੈਡ ਲਾਈਫ ਸਟਾਈਲ। ਬੈਡ ਲਾਈਫ ਸਟਾਈਲ ਤੁਹਾਨੂੰ ਮੈਂ ਆਲਰੇਡੀ ਡਿਸਕਸ ਕਰ ਚੁੱਕੀ ਆ ਕਿ ਜਿਹਦੇ ਵਿੱਚ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਆਪਣੇ ਆਪ ਨਾਲ ਵੀ। ਜਿਵੇਂ ਕਿ ਆਪਾਂ ਕਹਿ ਲਈਏ ਕਿ ਅਸੀਂ ਆਪਣੇ ਆਪ ਨਾਲ ਪਿਆਰ ਹੀ ਨਹੀਂ ਕਰਦੇ। ਇਹਦੇ ਵਿੱਚ ਕਿਵੇਂ ਆਉਂਦਾ, ਜਿਵੇਂ ਨਾ ਤੁਸੀਂ ਸਵੇਰੇ, ਜਿਵੇਂ ਉਹ ਤੁਸੀਂ ਰਾਈਮ ਸੁਣੀ ਹੋਣੀ, ਅਰਲੀ ਟੂ ਬੈਡ ਅਰਲੀ ਟੂ ਰਾਈਜ਼, ਰਾਈਟ। ਲੇਕਿਨ ਇਹ ਚੀਜ਼ਾਂ ਅਸੀਂ ਸਿਰਫ ਉਹ ਬੁੱਕ ਦੇ ਵਿੱਚ ਬੰਦ ਕਰਕੇ ਰੱਖ ਦਿੱਤੀਆਂ ਆ ਕਿ ਠੀਕ ਹੈ ਇਹ ਤਾਂ ਜਸਟ ਇੱਕ ਪੋਇਮ ਆ ਬੱਚਿਆਂ ਨੂੰ ਸਿਖਾਉਣ ਵਾਸਤੇ। ਅਗਰ ਉਹ ਵੱਡੇ ਵੀ ਆਪਣੇ ਉੱਤੇ ਅਪਲਾਈ ਕਰ ਲੈਣ ਤਾਂ ਆਹ ਜਿਹੜਾ ਬੈਡ ਲਾਈਫ ਸਟਾਈਲ ਆ ਤੁਹਾਡੇ ਜਿਹੜਾ ਕੁਛ ਹੀ ਦਿਨਾਂ ਦੇ ਵਿੱਚ ਇੱਕ ਹੈਲਦੀ ਲਾਈਫ ਸਟਾਈਲ ਦੇ ਵਿੱਚ ਕਨਵਰਟ ਹੋ ਜਾਏਗਾ। ਇਹਦੇ ਵਿੱਚ ਕੀ ਆ, ਦੇਖੋ ਅਸੀਂ ਰੈਗੂਲਰ ਤੁਹਾਨੂੰ ਜਿਹੜਾ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਆ, ਸਲਾਹ ਹੀ ਦੇ ਸਕਦੇ ਆ, ਡਿਪੈਂਡ ਤੁਹਾਡੇ ਤੇ ਆ ਕਿ ਤੁਸੀਂ ਉਹਨੂੰ ਮੰਨਣਾ ਆ ਜਾਂ ਨਹੀਂ ਮੰਨਣਾ। ਮੰਨ ਲੂਗੇ ਤਾਂ ਈਜ਼ੀਲੀ ਜਿਹੜੇ ਉਹਦੇ ਰਿਜ਼ਲਟਸ ਆ ਵਿਦਆਊਟ ਐਨੀ ਆਪਰੇਸ਼ਨਸ, ਵਿਦਆਊਟ ਐਨੀ ਮੈਡੀਸਨਸ, ਇੰਨੀਆਂ ਦਵਾਈਆਂ ਦੀਆਂ ਪੋਟਲੀਆਂ ਤੋਂ ਜਿਹੜਾ ਬਚ ਜੂਗੇ। ਜੇ ਮਤਲਬ ਆਪਣੀ ਮਨਮਾਨੀ, ਜਿਵੇਂ ਕਿ ਠੀਕ ਹੈ ਕਦੀ ਖਾ ਲਿਆ ਕਦੀ ਛੱਡਤਾ, ਫਰੂਟ ਦੋ ਕੁ ਦਿਨ ਖਾ ਲਿਆ, ਤੀਜੇ ਦਿਨ ਫਿਰ ਆਪਣੇ ਉਸੇ ਲਾਈਫ ਸਟਾਈਲ ਤੇ ਆ ਗਏ, ਤਾਂ ਜਿਹੜੀ ਨੇਚਰ ਹੈਗੀ ਆ ਉਹ ਤੁਹਾਨੂੰ ਇਸ ਚੀਜ਼ ਦੇ ਵਿੱਚ ਜਿਹੜੀ ਕਹਿ ਲਓ ਕਿ ਉਹ ਜਗ੍ਹਾ ਤੁਹਾਡੀ ਬੋਡੀ 'ਚ ਨਹੀਂ ਬਣਾ ਪਾਉਂਦੀ, ਕਿਉਂਕਿ ਉਹਦਾ ਇੱਕੋ ਹੀ ਸਟ੍ਰਿਕਟ ਰੂਲ ਆ, ਮੈਂ ਹਰ ਵਾਰ ਦੱਸਦੀ ਆ ਕਿ ਉਹਨੂੰ ਜਗ੍ਹਾ ਬਣਾਉਣ ਦੇਣਾ ਉਹ ਤੁਹਾਡੇ ਉੱਤੇ ਡਿਪੈਂਡ ਆ। ਅਗਰ ਉਹਨੂੰ ਜਗ੍ਹਾ ਬਣਾਉਣ ਦਓਗੇ ਤਾਂ ਨੇਚਰ ਰਿਟਰਨ ਦੇ ਵਿੱਚ ਤੁਹਾਨੂੰ ਇੱਕ ਹੈਲਦੀ ਲਾਈਫ ਸਟਾਈਲ ਦਊਗੀ। ਜੇ ਬੋਡੀ 'ਚ ਉਹਨੂੰ ਜਗ੍ਹਾ ਨਹੀਂ ਦਓਗੇ, ਇੱਕ ਪਾਸੇ ਜਿਵੇਂ ਕਹਿ ਲਈਏ ਕਿ ਫਰੂਟ ਖਾ ਲਿਆ ਤੇ ਦੂਜੇ ਪਾਸੇ ਥੋੜੀ ਦੇਰ ਬਾਅਦ ਜਾ ਕੇ ਬਰਗਰ ਖਾ ਲਿਆ, ਤੇ ਉਹਦੇ ਵਿੱਚ ਕੀ, ਇਹਦੇ ਵਿੱਚ ਕੀ ਕੰਬੀਨੇਸ਼ਨ ਹੋਇਆ? ਫਰੂਟ ਨੇ ਤਾਂ ਆਪਣਾ ਜਿਹੜਾ ਅਸਰ ਕਰਨਾ ਸੀ ਉਹ ਤੁਹਾਡੀ ਬੋਡੀ ਚੋਂ ਜ਼ਹਿਰ ਕੱਢਣ ਦੀ ਕੋਸ਼ਿਸ਼ ਕਰ ਰਿਹਾ, ਟੌਕਸਿਨਸ ਕੱਢਣ ਦੀ ਕੋਸ਼ਿਸ਼ ਕਰ ਰਿਹਾ, ਤੁਹਾਡੀ ਬੋਡੀ ਨੂੰ ਡੀਟੌਕਸੀਫਾਈ ਕਰ ਰਿਹਾ। ਉੱਪਰੋਂ ਦੀ ਤੁਸੀਂ ਇੱਕ ਪਾਸੇ ਡੀਟੌਕਸੀਫਾਈ ਕਰ ਰਹੇ ਹੋ, ਦੂਜੇ ਪਾਸੇ ਉਹਨੂੰ ਫਿਰ ਢੇਰ ਸਾਰੇ ਜਿਹੜੇ ਕਾਰਬੋਹਾਈਡਰੇਟਸ, ਫੈਟ, ਹੋਰ ਪਤਾ ਨਹੀਂ ਕਿੰਨੇ ਇੰਜ਼ਾਈਮਸ ਉਹਨਾਂ ਨੂੰ ਦੇ ਰਹੇ ਹੋ, ਜਿਹਦੀ ਵਜ੍ਹਾ ਨਾਲ ਉਹ ਕੀਤਾ ਕਰਾਇਆ ਸਾਰਾ ਕਹਿ ਲਓ ਖੂਚ, ਜਿਵੇਂ ਪੰਜਾਬੀ 'ਚ ਆਪਾਂ ਕਹਾਵਤਾਂ ਅੱਗੇ ਸੁਣਦੇ ਸੀ ਕਿ ਕੀਤਾ ਕਰਾਇਆ ਖੂਚ ਪਾ ਦੇਣਾ। ਉਹਦਾ ਮਤਲਬ ਇਹੀ ਆ ਕਿ ਜੋ ਤੁਸੀਂ ਇੱਕ ਪਾਸੇ ਜ਼ਖਮ ਆ ਉਹਦੇ ਉੱਤੇ ਬੈਂਡੇਜ, ਉਹਨੂੰ ਟ੍ਰੀਟਮੈਂਟ ਵਧੀਆ ਗੁੱਡ ਦੇ ਰਹੇ ਹੈਗੇ ਆ, ਦੂਜੇ ਪਾਸੇ ਉਹਨੂੰ ਛਿੱਲੀ ਵੀ ਜਾ ਰਹੇ ਆ ਤੇ ਉਹ ਜ਼ਖਮ ਜਿਹੜਾ ਕਦੀ ਠੀਕ ਹੀ ਨਹੀਂ ਹੋ ਸਕਦਾ। ਸੇਮ ਐਜ਼ ਇਟ ਇਜ਼, ਅਗਰ ਤੁਸੀਂ ਜਿਹੜਾ ਆਪਣੇ ਪ੍ਰੋਬਲਮਸ ਨੂੰ, ਇਨਫੈਕਸ਼ਨਸ ਨੂੰ ਕਿਉਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਦੇ ਲਈ ਸਟ੍ਰਿਕਟ ਹੋਣਾ ਪੈਣਾ। ਬੱਚਿਆਂ ਲਈ ਆਪਾਂ ਸਟ੍ਰਿਕਟ ਹੁੰਨੇ ਆ, ਇਹ ਮੇਰਾ ਜਿਹੜਾ ਸੈਸ਼ਨ ਆ ਇਹ ਥੋੜਾ ਜਿਹਾ ਕਹਿ ਲਓ ਵੱਡਿਆਂ ਲਈ ਖਾਸ ਤੌਰ ਤੇ ਇਸ ਕਰਕੇ ਹੈਗਾ ਆ ਕਿਉਂਕਿ ਜੋ ਤੁਸੀਂ ਘਰ ਦੇ ਇੱਕ ਪਿੱਲਰ ਹੋ,
घर दियां लेडीज, घर दे जिहड़े जेंट्स, ये पिलर आ। क्यों पिलर आ? क्योंकि इन्हां ने बजुर्गां नूं संभालना और इन्हां ने बच्चियां नूं संभालना। जिद्दां दी आदत तुसीं उन्हां नूं दे दोगे बच्चियां नूं, ਉਹ उदां दे ते ही रेगुलर चलना शुरू कर दोगे। बच्चियां नूं अज तो आदत पाओगे कि वट इज गुड फॉर हेल्थ, वट इज बैड फॉर हेल्थ, तां बच्चे उस चीज़ च डिफरेंस करोगे। अगर उन्हां नूं ये कहोगे कि अज मैं तां रोटी नहीं बनानी हैगी, इस करके जिहड़ा आ बाहर जाके कुछ खा लैंदे आ, तां बच्चियां दा ਉਹ ਜਿਹੜਾ ਟੇਸਟ ਆ, ਉਹ ਜਿਹੜਾ ਸੌਸਿਸ ਜਿਹੜੀਆਂ ਮਿਓਨੀਜ਼, ਪਤਾ ਨਹੀਂ ਹੋਰ ਕੀ ਉਹ ਜਿਹੜੀਆਂ ਸੌਸ ਆ, ਉਹ ਬੱਚਿਆਂ ਦੇ ਟੇਸਟ ਦੇ ਵਿੱਚ ਜਿਹੜਾ ਆ ਜਾਂਦੀਆਂ ਮੁੜ ਕੇ, ਜਿਹੜਾ ਉਹਨਾਂ ਨੂੰ ਘਰ ਦੀ ਰੋਟੀ ਦਾਲ ਸਬਜ਼ੀ ਜਿਹੜੀ ਆ ਉਹਦਾ ਟੇਸਟ ਲੱਗਦਾ ਹੀ ਨਹੀਂ ਹੈਗਾ। ਫਿਰ ਅਸੀਂ ਕਹਿੰਦੇ ਆ ਕਿ ਸਾਡੇ ਨਿਆਣੇ ਤਾਂ ਦਾਲ ਸਬਜ਼ੀ ਨੂੰ ਮੂੰਹ ਹੀ ਨਹੀਂ ਲਾਉਂਦੇ। ਕਿਉਂ ਨਹੀਂ ਲਾਉਂਦੇ? ਕਿਉਂਕਿ ਆਪਾਂ ਉਹਨਾਂ ਨੂੰ ਟੇਸਟ 'ਚ ਕਦੀ ਡਿਫਰੈਂਸ ਹੀ ਨਹੀਂ ਦੱਸਿਆ ਕਿ ਵਟ ਇਜ਼ ਗੁੱਡ ਐਂਡ ਵਟ ਇਜ਼ ਬੈਡ ਫॉर ਅਸ। ਅਸੀਂ ਉਹਨਾਂ ਨੂੰ ਸਿਰਫ ਇਹ ਕਹਿੰਦੇ ਆ, ਆਹ ਖਾ ਲਓ, ਆ ਖਾ ਲਓ, ਅੱਜ 버ਗਰ ਖਾ ਲਓ, ਉਹ ਕਹਿੰਦਾ ਮੈਂ ਪੀਜ਼ਾ ਖਾਣਾ ਤਾਂ ਪੀਜ਼ਾ ਖਾ ਲਿਆ। ਮਤਲਬ ਇਹ ਚੀਜ਼ਾਂ ਆਪਾਂ ਖਿਲਾ ਕੇ ਉਹਨਾਂ ਦਾ ਟੇਸਟ ਜਿਹੜਾ ਉਸ ਹਿਸਾਬ ਦਾ ਬਣਾ ਦਿੱਤਾ ਕਿ ਉਹਨਾਂ ਨੂੰ ਘਰ ਦਾ ਦੇਸੀ ਘਿਓ ਤੱਕ ਨਹੀਂ ਪਤਾ ਹੈਗਾ ਕਿ ਇਹਦੇ ਕੀ ਮਤਲਬ ਸਾਡੇ ਹੈਲਦੀ ਲਾਈਫ ਸਟਾਈਲ ਦੇ ਵਿੱਚ ਕੀ ਜਗ੍ਹਾ ਹੈਗੀ ਆ। ਸੋ ਇਸ ਕਰਕੇ ਮੈਂ ਬਹੁਤ ਜ਼ਿਆਦਾ ਮਤਲਬ ਇਹ ਰਿਕੁਐਸਟ ਕਰਦੀ ਆ ਤੁਹਾਨੂੰ ਕਿ ਆਪਣੇ ਲਾਈਫ ਸਟਾਈਲ ਨੂੰ ਬਹੁਤ ਜ਼ਿਆਦਾ ਅੱਛਾ ਕਿੱਦਾਂ ਬਣਾ ਸਕਦੇ ਆ। ਕੁਝ ਛੋਟੇ ਛੋਟੇ ਰੂਲਸ ਹੈਗੇ ਆ, ਹਰ ਵਾਰ ਮੈਂ ਦੱਸਦੀ ਰਹਿੰਦੀ। ਮੇਰਾ ਐਕਚੁਅਲੀ ਸੈਸ਼ਨ ਸਟਾਰਟ ਕਰਕੇ ਜਿਹੜਾ ਬੇਸ ਆ ਉਹ ਇਹੀ ਰਹਿੰਦਾ ਆ ਕਿ ਮੈਂ ਤੁਹਾਡੇ ਜਿਹੜੇ ਇਹਨਾਂ ਰੂਲਸ ਨੂੰ ਤੁਹਾਨੂੰ ਫੋਲੋ ਕਰਾ ਸਕਾਂ। ਸਟ੍ਰਿਕਟਲੀ ਤੁਸੀਂ ਉਸ ਚੀਜ਼ ਨੂੰ ਆਪਣੇ ਆਪ ਤੇ ਜਿਹੜਾ ਆ ਅਪਲਾਈ ਕਰੋ ਤੇ ਫਿਰ ਉਹਦੇ ਰਿਜ਼ਲਟਸ ਦੇਖੋ ਕਿ ਨੇਚਰ ਤੁਹਾਨੂੰ 15 ਤੋਂ 20 ਦਿਨ ਦੇ ਵਿੱਚ ਹੀ ਜਿਹੜੇ ਰਿਜ਼ਲਟਸ ਆ ਉਹ ਦੇਣੇ ਸਟਾਰਟ ਕਰ ਦਿੰਦੀ ਆ। ਉਸ ਤੋਂ ਬਾਅਦ ਜਦੋਂ ਤੁਹਾਡੀ ਉਹ ਐਡਿਕਸ਼ਨ ਬਣ ਜਾਂਦੀ ਇੱਕ ਹੈਲਦੀ ਫੂਡ ਖਾਣ ਦੀ, ਤਾਂ ਹੌਲੀ ਹੌਲੀ ਜਿਹੜੀਆਂ ਤੁਹਾਡੀਆਂ ਢੇਰਾਂ ਸਾਰੀਆਂ, ਜਿਹਨੂੰ ਢੇਰੋਂ ਸਾਰੀ ਪ੍ਰੋਬਲਮਸ ਕਹਿ ਦਿੰਦੇ ਆ, ਇਨਫੈਕਸ਼ਨ, ਵਾਇਰਸਿਸ, ਫਲੂ, ਉਹ ਜਿਹੜੀਆਂ ਤੁਹਾਨੂੰ ਹੁੰਦੀਆਂ ਹੀ ਨਹੀਂ ਹੈਗੀਆਂ। ਹੁਣ ਜਿਵੇਂ ਕਿ ਆਪਾਂ ਲਾਸਟ ਟਾਈਮ ਗੱਲ ਕੀਤੀ ਸੀਗੀ ਕਿ ਕਰੋਨਾ ਕਾਲ ਦੇ ਵਿੱਚ ਇਨਫੈਕਸ਼ਨ ਸਾਰਿਆਂ ਨੂੰ ਹੋਈ ਸੀਗੀ। ਡਾਕਟਰਸ ਦੇ ਮੁਤਾਬਿਕ ਅਗਰ ਆਪਾਂ ਗੱਲ ਕਰੀਏ ਤਾਂ ਇਨਫੈਕਸ਼ਨ ਇਹ ਸਾਰਿਆਂ ਨੂੰ ਹੋਈ ਸੀ ਕਿਉਂਕਿ ਇਹ ਹਵਾ 'ਚ ਸੀ। ਹਵਾ 'ਚ ਮੀਨਸ ਕਿ ਕੁਛ ਏਦਾਂ ਦੀ ਇਨਵਾਇਰਮੈਂਟਲ ਇਨਫੈਕਸ਼ਨ ਸੀ ਕਿ ਕਿਸੇ ਨੂੰ ਇਹ ਗੱਲ ਵੀ ਸੱਚ ਹੈ ਕਿ ਇਹਦੇ ਕੋਈ ਸਿੰਪਟਮਸ ਮੈਚ ਨਹੀਂ ਸੀ। ਜ਼ਰੂਰੀ ਨਹੀਂ ਕਿ ਸਿਰਫ ਬੁਖਾਰ ਹੀ ਚੜਿਆ, ਨੋ, ਇਹਦੇ ਕੋਈ ਸਿੰਪਟਮ ਹੀ ਨਹੀਂ ਸੀ। ਇਸ ਕਰਕੇ ਇਹ ਬੋਡੀ ਤੇ ਇਫੈਕਟ ਕਿਉਂ ਕੀਤਾ? ਕਿਉਂਕਿ ਸਾਡੀ ਇਮਿਊਨਿਟੀ ਲੈਵਲਸ ਜਿਹੜੀਆਂ ਬਹੁਤ ਡਾਊਨ ਸੀ। ਜਿਨ੍ਹਾਂ ਨੇ ਤਾਂ ਆਪਣੇ ਲਾਈਫ ਸਟਾਈਲ ਨੂੰ ਬਹੁਤ ਜ਼ਿਆਦਾ ਹੈਲਦੀ ਕੀਤਾ ਹੋਇਆ ਸੀ ਜਾਂ ਸ਼ੁਰੂ ਤੋਂ ਜਾਂ ਥੋੜੇ ਟਾਈਮ ਪਹਿਲਾਂ ਤੋਂ ਨੇਚਰ ਨਾਲ ਜੁੜੇ ਸੀ, ਉਹਦੇ ਉੱਤੇ ਸੈਲਫ ਸਟੱਡੀ ਕੀਤੀ ਹੋਈ ਸੀ। ਸਾਨੂੰ ਪਤਾ ਸੀਗਾ ਕਿ ਅਗਰ ਇਹ ਚੀਜ਼ਾਂ ਆਪਾਂ ਖਾਈਏ ਤਾਂ ਇਹ ਸਹੀ ਹੋਗਾ। ਘਰ ਦੇ ਵਿੱਚ ਸਭ ਕੁਝ ਅਵੇਲੇਬਲ ਆ। ਤੇ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਤੁਸੀਂ ਇਸ ਕਾਲ ਦੇ ਵਿੱਚ ਕਿੰਨਾ ਜ਼ਿਆਦਾ ਆਪਣੇ ਆਪ ਨੂੰ ਜਾਗਰੂਕ ਮਹਿਸੂਸ ਕੀਤਾ, ਅਵੇਅਰ ਮਹਿਸੂਸ ਕੀਤਾ। ਤੁਹਾਨੂੰ ਪਤਾ ਸੀਗਾ ਕਿ ਘਰਾਂ ਦੇ ਵਿੱਚ ਹਲਦੀ, ਜਵੈਨ, ਜੀਰਾ ਸਭ ਕੁਝ ਮੌਜੂਦ ਹੈ ਤੇ ਤੁਸੀਂ ਉਹਨਾਂ ਦੇ ਹਰਬਲ ਟੀਜ਼ ਬਣਾ ਕੇ ਪੀਣੀਆਂ ਸ਼ੁਰੂ ਕਰ ਦਿੱਤੀਆਂ ਤੇ ਬਹੁਤ ਜ਼ਿਆਦਾ ਜਿਹੜਾ ਇਫੈਕਟ ਜਿਹੜਾ ਇਹਦਾ ਘਟ ਜਾਂਦਾ ਸੀਗਾ ਬੋਡੀ ਦੇ ਉੱਤੇ। ਇਹੀ ਇਮਿਊਨਿਟੀ ਨੂੰ ਜਿਹੜਾ ਸਟਰੋਂਗ ਕਰਦੀਆਂ ਹੈਗੀਆਂ ਬਿਕੋਜ਼ ਇਟ ਹੈਜ਼ ਐਨ ਐਂਟੀਆਕਸੀਡੈਂਟ ਐਂਡ ਐਂਟੀ ਇਨਫਲੇਮੇਟਰੀ ਪ੍ਰੋਪਰਟੀਜ਼। ਠੀਕ ਹੈ, ਕਹਿਣ ਦਾ ਮਤਲਬ ਕਿ ਇਹਨਾਂ ਦੇ ਅੰਦਰ ਸਾਡੀ ਜਿਹੜੀ ਬੋਡੀ ਦੇ ਜਿਹੜੇ ਇਨਫੈਕਸ਼ਨ ਆ, ਬਿਮਾਰੀਆਂ ਉਹਨਾਂ ਨਾਲ ਲੜਨ ਦੀ ਜਿਹੜੀ ਆ, ਕੀਟਾਣੂ ਜਿਹੜੇ ਵਾਇਰਸ ਹੈਗੇ ਆ, ਬੈਕਟੀਰੀਆਜ਼ ਹੈਗੇ ਗੰਦੇ, ਉਹਨਾਂ ਨੂੰ ਮਾਰਨ ਦੀ ਜਿਹੜੀ ਭਰਪੂਰ ਸ਼ਕਤੀ ਆ। ਲੇਕਿਨ ਉਹ ਕਦੋਂ ਆ? ਜਦੋਂ ਤੁਸੀਂ ਨੇਚਰ, ਕੁਦਰਤ ਦੇ ਨਾਲ ਸਾਥ ਦਿੰਦੇ ਆ। ਜਦੋਂ ਤੁਸੀਂ ਸਾਥ ਦਿੰਦੇ ਆ ਦੁਨਿਆਵੀ ਚੀਜ਼ਾਂ ਦਾ, ਯਾਨੀ ਕਿ ਜਿਹਦੇ ਵਿੱਚ 버ਗਰ, ਪੀਜ਼ਾ, ਸੌਸ, ਆਹ ਢੇਰ ਸਾਰੀਆਂ ਹੋਰ ਏਦਾਂ ਦੀਆਂ ਚੀਜ਼ਾਂ ਆਉਂਦੀਆਂ ਹੈਗੀਆਂ। ਮੈਦਾ ਸਭ ਤੋਂ ਵੱਡਾ ਜਿਹੜਾ ਅੱਜ ਤੱਕ ਦਾ ਬੇਸ ਹੈਗਾ, ਉਹ ਹੈਗਾ ਮੈਦਾ, ਜਿਹਦੇ ਕਾਰਨ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ ਹੈਗੀ ਆ ਵੀ ਤੁਹਾਡੀ ਜਿਹੜੀ ਬੋਡੀ ਦੀ ਇੰਟੈਸਟਾਈਨਸ ਹੈਗੀਆਂ ਆ, ਜਿਹਨੂੰ ਲਾਰਜ ਇੰਟੈਸਟਾਈਨ, ਸਮਾਲ ਇੰਟੈਸਟਾਈਨ, ਜਿਹਨਾਂ ਨੂੰ ਵੱਡੀ ਆਂਤੜੀ ਤੇ ਛੋਟੀ ਆਂਤੜੀਆਂ ਕਹਿ ਦਿੰਦੇ ਆ, ਉਹਨਾਂ ਦੇ ਵਿੱਚ ਜਾ ਕੇ ਇਹ ਚੀਜ਼ਾਂ ਚਿਪਕ ਜਾਂਦੀਆਂ। ਜਿਵੇਂ ਇੱਕ ਚੁਇੰਗਮ ਹੁੰਦੀ ਆ, ਤੁਸੀਂ ਦੇਖਿਆ ਹੋਣਾ, ਚੁਇੰਗਮ ਚਿਪਕ ਜਾਂਦੀ, ਤੁਸੀਂ ਕਿਤੇ ਵੀ ਮਤਲਬ ਚਿਪਕਾ ਦਿਓ ਜਾਂ ਰੱਖ ਦਿਓ। ਉਹ ਕਿਉਂ ਹੁੰਦਾ ਆ? ਬਿਕੋਜ਼ ਆਫ ਦੈਟ ਕਿ ਇਹ ਚੀਜ਼ਾਂ ਕਿਉਂ ਹੁੰਦੀਆਂ? ਕਿਉਂਕਿ ਮੈਦਾ ਇੱਕ ਬਹੁਤ ਜ਼ਿਆਦਾ ਕਹਿ ਲਓ ਗਲੂਟਨ ਨਾਲ ਭਰਿਆ ਹੈ। ਠੀਕ ਹੈ, ਕਣਕ, ਚਾਵਲ, ਇਹ ਬਾਰ-ਬਾਰ ਸੈਸ਼ਨ ਇਹ ਚੀਜ਼ਾਂ ਦੱਸਣੀਆਂ, ਇਹਦਾ ਮੋਟਿਵ ਮੇਨ ਜਿਹੜਾ ਉਹ ਇਹੀ ਹੈਗਾ ਆ ਕਿ ਜਿਹੜੀਆਂ ਤੁਹਾਡੀਆਂ
ਇਹ ਜਿਹੜੀਆਂ ਗਲੂਟਨ ਨਾਲ ਭਰੀਆਂ ਚੀਜ਼ਾਂ ਆ ਇਹ ਸਾਡੀ ਬੋਡੀ ਨੂੰ ਬਹੁਤ ਜ਼ਿਆਦਾ ਨੁਕਸਾਨ ਦੇ ਰਹੀਆਂ। ਨੁਕਸਾਨ ਕਿੱਦਾਂ ਦੇ ਰਹੀਆਂ ਹੈ ਤੁਹਾਨੂੰ ਆਲਰੇਡੀ ਮੈਂ ਡਿਸੀਜ਼ਸ ਦੱਸ ਚੁੱਕੀ ਹਾਂ। ਸਭ ਤੋਂ ਪਹਿਲਾਂ ਨੁਕਸਾਨ ਹੁੰਦਾ ਤੁਹਾਡਾ ਇਮਿਊਨਿਟੀ ਦਾ, ਜਿਹਦੇ ਤੋਂ ਬੋਡੀ ਦੀ ਹਰ ਇਨਫੈਕਸ਼ਨ ਜਿਹੜੀ ਆ ਉਹਦੇ ਡਾਊਨ ਹੋਣ ਨਾਲ ਸ਼ੁਰੂ ਹੁੰਦੀ ਆ। ਠੀਕ ਹੈ, ਕਿਉਂ ਕਹਿੰਦੇ ਆ ਕਿ ਪੇਟ ਤੋਂ ਸਾਰੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ, ਕਿਉਂ ਕਹਿੰਦੇ ਆ ਕਿ ਢਿੱਡ 'ਚ ਪ੍ਰੋਬਲਮ ਆ ਤਾਂ ਇਟ ਮੀਨਸ ਤੁਹਾਨੂੰ ਢਿੱਡ ਤੋਂ ਹੀ ਪ੍ਰੋਬਲਮਾਂ ਸ਼ੁਰੂ ਆ। ਠੀਕ ਹੈ, ਕਿਉਂਕਿ ਇਮਿਊਨਿਟੀ ਡਾਊਨ ਆ। ਇਮਿਊਨਿਟੀ ਨੂੰ ਆਪਾਂ ਸਟਰੋਂਗ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਆਪਾਂ ਸਿਰਫ ਇਹ ਦੇਖਦੇ ਆ ਕਿ ਸਾਡਾ ਟਾਈਮ ਕਿੱਦਾਂ ਬਚ ਸਕਦਾ। ਅਸੀਂ ਸਿਰਫ ਇਹ ਚੀਜ਼ਾਂ ਨੂੰ ਦੇਖਦੇ ਆ ਕਿ ਟਾਈਮ ਬਚਾਉਣ ਲਈ ਅੱਜ ਆਪਾਂ ਬਾਹਰਲਾ ਖਾ ਲੈਂਦੇ ਆ, ਕੋਈ ਦਿੱਕਤ ਨਹੀਂ ਹੈ। ਘਰ ਜਾ ਕੇ ਤਾਂ ਫਿਰ ਰੋਟੀ ਬਣਾਉਣੀ ਪੈਣੀ ਹੈ, ਦਾਲ ਸਬਜ਼ੀ ਬਣਾਉਣੀ ਪੈਣੀ, ਉਹਦੇ ਨਾਲੋਂ ਚੰਗਾ ਆ ਅੱਜ ਅਸੀਂ ਬਾਹਰ ਹੀ ਖਾ ਲੈਂਦੇ ਹਾਂ। ਸੋ ਇਹਨਾਂ ਚੀਜ਼ਾਂ ਦੀਆਂ ਜਿਹੜੀ ਇੱਕ ਦਿਨ ਦੇ ਨਾਲ, ਸਿਰਫ ਇੱਕ ਦਿਨ ਹੀ ਬਹੁਤ ਆ ਤੁਹਾਨੂੰ ਜਿਹੜੇ ਕਹਿ ਲਓ ਅਗਲੇ ਦਿਨਾਂ 'ਚ ਬਿਮਾਰ ਕਰਨ ਵਾਸਤੇ। ਠੀਕ ਹੈ, ਫਿਰ ਉਹ ਚੀਜ਼ਾਂ ਮਹੀਨਾ ਮਹੀਨਾ 2-2 ਮਹੀਨਾ ਜਿਹੜੀਆਂ ਹੈਗੀਆਂ ਤੁਹਾਨੂੰ ਬਿਮਾਰੀ ਰਹਿੰਦੀ ਹੈਗੀ ਆ। ਲਾਈਫ ਸਟਾਈਲ ਤੁਹਾਡਾ ਜਿਹੜਾ ਉਹੀ ਬਣ ਜਾਂਦਾ। ਅੱਜ ਜੋ ਸ਼ੁਰੂਆਤ ਕਰੋਗੇ, ਅੱਜ ਤੋਂ 3 ਮਹੀਨੇ ਬਾਅਦ ਜਿਹੜੇ ਰਿਜ਼ਲਟਸ ਆ ਤੁਹਾਡੀ ਬੋਡੀ ਦਊਗੀ। ਤੁਸੀਂ ਉਹਨੂੰ ਬੈਡ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿਓ, 3 ਮਹੀਨੇ ਬਾਅਦ ਉਹ ਤੁਹਾਨੂੰ ਇੰਨਾ ਕੁ ਬਿਮਾਰ ਕਰ ਦੂਗੀ ਕਿ ਤੁਸੀਂ ਹਰ ਡਾਕਟਰ ਕੋਲ ਪਹੁੰਚ ਜੂਗੇ। ਤੁਹਾਨੂੰ ਸਮਝ ਨਹੀਂ ਲੱਗਣੀ ਕਿ ਮੇਰੇ ਸਿਰ 'ਚ ਦਰਦ ਆ, ਕਿ ਮੇਰੇ ਢਿੱਡ 'ਚ ਦਰਦ ਆ, ਕਿ ਮੇਰੇ ਜੁਆਇੰਟ ਪੇਨ ਹੋ ਰਹੀ ਹੈ, ਕਿ ਮੈਨੂੰ ਸਰਵਾਈਕਲ ਹੋ ਗਿਆ, ਕਿ ਮੈਨੂੰ ਮਾਈਗ੍ਰੇਨ ਹੋ ਗਿਆ, ਚੱਕਰ ਆ ਰਹੇ ਆ, ਕਿ ਅੱਖਾਂ ਦੁਖਦੀਆਂ, ਕੰਨ ਬੰਦ ਆ। ਇਹ ਚੀਜ਼ਾਂ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਬਿਕੋਜ਼ ਤੁਹਾਨੂੰ ਲਾਸਟ ਟਾਈਮ ਮੈਂ ਆਪਣਾ ਜਿਹੜਾ ਐਕਸਪੀਰੀਅੰਸ ਸੀਗਾ ਸ਼ੇਅਰ ਕੀਤਾ ਸੀਗਾ। ਉਹ ਕਿਉਂ ਕੀਤਾ ਸੀ? ਸਿਰਫ ਇਸੇ ਕਰਕੇ ਕਿਉਂਕਿ ਬੈਡ ਲਾਈਫ ਸਟਾਈਲ ਜਿਹੜਾ ਆ ਉਹ ਤੁਹਾਡਾ ਦੁਸ਼ਮਣ ਆ। ਠੀਕ ਹੈ, ਆਪਣੀ ਬੋਡੀ ਦੇ ਅੰਦਰ ਜ਼ਹਿਰ ਇਕੱਠਾ ਕਰ ਰਹੇ ਆ। ਕਿਉਂ ਇਕੱਠਾ ਕਰ ਰਹੇ ਆ ਇਹ ਤਾਂ ਤੁਹਾਨੂੰ ਹੀ ਪਤਾ ਹੈ ਜਾਂ ਸਾਨੂੰ ਪਤਾ ਹੈ। ਇਹ ਸਿਰਫ ਸਵਾਦ ਦੇਖ ਰਹੇ ਆ। ਸਵਾਦ ਡਾਕਟਰ JS ਵਿਰਕ ਜੀ ਵੀ ਆਲਵੇਜ਼ ਕਹਿੰਦੇ ਆ ਕਿ ਸਵਾਦ ਦੇਖ ਲਓ ਤੇ ਜਾਂ ਫਿਰ ਜਿਹੜੇ ਆਪਣੀ ਬੋਡੀ ਦੇਖ ਲਓ। ਠੀਕ ਹੈ, ਆਪਣੇ ਆਪ ਨੂੰ ਤੰਦਰੁਸਤ ਕਰਨਾ ਆ, ਹੈਲਦੀ ਕਰਨਾ ਆ ਤਾਂ ਸਭ ਕੁਝ ਹੀ ਚੰਗਾ ਲੱਗਦਾ ਆ। ਜੇ ਤੁਸੀਂ ਆਪਣੇ ਆਪ ਨੂੰ ਬਿਮਾਰ ਕਰੋਗੇ, ਜਿੱਦਾਂ ਦਾ ਮਰਜ਼ੀ ਕਹਿ ਲਓ ਵਧੀਆ ਤੋਂ ਵਧੀਆ ਦਿਨ ਚੜ੍ਹਦਾ ਹੋਵੇ, ਕਹਿ ਲਓ ਫੰਕਸ਼ਨਸ ਹੋਣ, ਤੁਸੀਂ ਉਹਨਾਂ ਨੂੰ ਲਾਈਕ ਨਹੀਂ ਕਰੋਗੇ। ਕਿਉਂ ਲਾਈਕ ਨਹੀਂ ਕਰੋਗੇ? ਕਿਉਂਕਿ ਤੁਸੀਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਬਿਮਾਰ ਕਰ ਚੁੱਕੇ ਆ ਕਿ ਤੁਹਾਡਾ ਕਿਸੇ ਚੀਜ਼ ਵੱਲ ਦੇਖਣ ਨੂੰ ਦਿਲ ਹੀ ਨਹੀਂ ਕਰਦਾ ਜਾਂ ਕਿਸੇ ਚੀਜ਼ ਨੂੰ ਜੁਆਇਨ ਕਰਨ ਦਾ ਦਿਲ ਨਹੀਂ ਕਰਦਾ। ਸੋ ਸਭ ਤੋਂ ਵੱਡਾ ਜਿਹੜਾ ਇਹਦਾ ਇੱਕ ਹੋਰ ਬੇਸ ਤੁਹਾਨੂੰ ਮੈਂ ਦੱਸਿਆ, ਮੈਂਟਲੀ ਪ੍ਰਿਪੇਅਰ ਹੋਣਾ ਬਹੁਤ ਜ਼ਰੂਰੀ ਆ। ਸਭ ਤੋਂ ਵੱਡੀ ਚੀਜ਼ ਹੈ ਕਿ ਆਪਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਮੈਂਟਲੀ ਸਟਰੋਂਗ ਹੋਣਾ ਪੈਣਾ ਆ ਕਿ ਯੈਸ ਆਈ ਵਿਲ ਡੂ ਇਟ ਤੇ ਆਈ ਕੈਨ ਰਿਕਵਰ my all infections and diseases। मतलब कि मैं ਇਹਨਾਂ ਚੀਜ਼ਾਂ ਤੋਂ, ਇਨਫੈਕਸ਼ਨਸ ਤੋਂ, ਵਾਇਰਸਿਸ ਤੋਂ, ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਪਾ ਸਕਦਾ ਆ, ਮੈਂ ਕਰ ਸਕਦਾ ਆ ਤੇ ਮੈਂ ਕਰੂੰਗਾ ਔਰ ਜਾਂ ਕਰੂੰਗੀ। ਇਹ ਚੀਜ਼ਾਂ ਕਿਉਂ? ਇਹ ਮੈਂਟਲੀ ਤੁਹਾਨੂੰ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ। ਇਹਦੇ ਲਈ ਤੁਸੀਂ ਕੋਈ ਵੀ ਇੰਸਪੀਰੇਸ਼ਨ ਵੀਡੀਓਜ਼ ਦੇਖ ਸਕਦੇ ਆ। ਜੇ ਤੁਸੀਂ ਆਪਣੇ ਆਪ ਨੂੰ ਖੁਦ ਸਟਰੋਂਗ ਨਹੀਂ ਕਰ ਪਾ ਰਹੇ ਤਾਂ ਇੰਸਪੀਰੇਸ਼ਨਲ ਮੋਟੀਵੇਸ਼ਨਲ ਵੀਡੀਓਜ਼ ਬਹੁਤ YouTube ਤੇ ਹੈਗੀਆਂ ਆ। ਠੀਕ ਹੈ, ਅਦਰਵਾਈਜ਼ ਜਿਹੜਾ ਤੁਹਾਡਾ ਆਪਣੇ ਆਪ ਦੀ ਜਿਹੜੀ ਸੈਲਫ ਮੋਟੀਵੇਸ਼ਨ ਆ ਇਹ ਬਹੁਤ ਜ਼ਰੂਰੀ ਆ। ਮੈਂ ਅੱਜ ਤੁਹਾਨੂੰ ਸੈਲਫ ਮੋਟੀਵੇਸ਼ਨ ਬਾਰੇ ਵੀ ਦੱਸ ਦਿੰਦੀ ਆ। ਸੈਲਫ ਮੋਟੀਵੇਸ਼ਨ ਹੁੰਦੀ ਆ ਆਪਣੇ ਆਪ ਨੂੰ ਖੁਦ ਇੰਸਪਾਇਰ ਕਰਨਾ, ਆਪਣੇ ਆਪ ਨੂੰ ਖੁਦ ਮੋਟੀਵੇਟ ਕਰਨਾ ਕਿ ਹਾਂ ਉੱਠੋ, ਅਸੀਂ ਬਿਲਕੁਲ ਠੀਕ ਆ, ਸਾਨੂੰ ਕੋਈ ਦਿੱਕਤ ਨਹੀਂ ਹੈਗੀ ਔਰ ਅਸੀਂ ਆਪਣੇ ਆਪ ਨੂੰ ਬਹੁਤ ਜਲਦੀ ਜਿਹੜਾ ਰਿਕਵਰ ਕਰ ਲੈਣਾ ਹੈਗਾ। ਚਾਹੇ 100 ਟੈਨਸ਼ਨ ਹੋਵੇ, 100 ਬਿਮਾਰੀ ਤੁਹਾਨੂੰ ਲੱਗੀ ਹੋਵੇ, ਆਪਰੇਸ਼ਨਸ ਤੱਕ ਦੇ ਜਿਹੜੇ ਚਾਂਸ ਬਣਦੇ ਹੋਣ, ਕੈਂਸਰ ਤੱਕ ਦੀ ਬਿਮਾਰੀ ਹੋਵੇ। ਤੇ ਮੇਰੇ ਕੋਲ ਇਹਦੇ ਲਈ ਇੱਕ ਬਹੁਤ ਵੱਡੀ ਐਗਜ਼ਾਮਪਲ ਹੈਗੀ ਆ ਕਿ ਮੈਂ ਇਹਦੇ ਵਿੱਚ ਸੁਣਿਆ ਸੀਗਾ ਕਿ ਇੱਕ ਕੈਂਸਰ ਦਾ ਪੇਸ਼ੈਂਟ ਸੀਗਾ, ਸ਼ਾਇਦ ਔਨ ਲਾਸਟ ਸਟੇਜ, ਲੇਕਿਨ ਨਾ ਕੁਝ ਖਾ ਪਾ ਰਿਹਾ ਸੀ ਨਾ ਪੀ ਪਾ ਰਿਹਾ ਸੀ। ਲੇਕਿਨ ਉਹਨੇ ਸਿਰਫ ਕੀ ਕੀਤਾ ਕਿ ਸਿਰਫ ਇੱਕ ਪਾਣੀ ਔਰ ਇੱਕ ਵਿਲ ਪਾਵਰ, ਜਿਹਨੂੰ ਮੈਂ ਇਹ ਕਹਿ ਰਹੀ ਹਾਂ ਕਿ ਮੈਂਟਲੀ ਪ੍ਰੈਪਰੇਸ਼ਨ, ਵਿਲ ਪਾਵਰ ਨੇ ਉਹਦੀ ਇੰਨਾ ਕੁ ਬੋਡੀ ਨੂੰ ਹੀਲ ਕਰ ਦਿੱਤਾ ਕਿ ਉਹ ਕੈਂਸਰ ਤੋਂ ਜਿਹੜਾ ਆ, ਮਤਲਬ ਉਹਨੇ ਆਪਣੀ ਕੈਂਸਰ ਤੋਂ ਫਾਈਟ ਕਰਕੇ
ਐਂਡ ਰਾਈਟ ਨਾਓ ਉਹ ਆਪਣੀ ਬਹੁਤ ਅੱਛਾ ਜਿਹੜਾ ਲਾਈਫ ਸਟਾਈਲ ਜਿਹੜਾ ਸਰਵਾਈਵ ਕਰ ਰਿਹਾ ਹੈਗਾ ਆ। ਅਦਰਵਾਈਜ਼ ਅੱਜ ਤੱਕ ਦਾ ਕੋਈ ਕੇਸ ਮੇਰੇ ਹਿਸਾਬ ਨਾਲ ਬੜੇ ਰੇਅਰ ਕੇਸਿਸ ਆ ਕਿ ਕੋਈ ਕੈਂਸਰ ਤੋਂ ਬਚ ਸਕਦਾ ਹੋਵੇ। ਲੇਕਿਨ ਇਹਦੇ ਵਿੱਚ ਮੈਂ ਬਾਰ-ਬਾਰ ਇਹ ਕਿਉਂ ਚੀਜ਼ਾਂ ਕਹਿ ਰਹੀ ਹਾਂ ਕਿ ਮੈਂਟਲੀ ਤੁਹਾਨੂੰ ਸਟਰੋਂਗ ਹੋਣਾ ਚਾਹੀਦਾ ਆ, ਸੈਲਫ ਮੋਟੀਵੇਸ਼ਨ ਦੀ ਜ਼ਰੂਰਤ ਆ। ਦੁਨੀਆ YouTube ਤੇ ਬਹੁਤ ਭਰੀ ਪਈ ਆ, ਹਰ ਕੋਈ ਮੋਟੀਵੇਸ਼ਨ ਦੇ ਰਿਹਾ, ਹਰ ਕੋਈ ਇੰਸਪੀਰੇਸ਼ਨ ਦੇ ਰਿਹਾ ਹੈਗਾ, ਏਦਾਂ ਕਰੋ, ਏਦਾਂ ਕਰੋ, ਏਦਾਂ ਕਰੋ। ਲੇਕਿਨ ਸੈਲਫ ਮੋਟੀਵੇਸ਼ਨ ਕੀ ਹੈਗੀ ਆ ਕਿ ਆਪਣੇ ਆਪ ਨੂੰ ਖੁਦ ਸਟਰੋਂਗ ਕਰੋ। ਜਦ ਤੁਸੀਂ ਤੁਹਾਨੂੰ ਪਤਾ ਯੂ ਆਰ ਦ ਪਿਲਰ ਆਫ ਦ ਹਾਊਸ, ਤੁਹਾਨੂੰ ਪਤਾ ਮੈਂ ਇਸ ਘਰ ਦਾ ਪਿਲਰ ਆ, ਸਭ ਕੁਝ ਮੈਨੂੰ ਹੀ ਸੰਭਾਲਣਾ ਆ ਜਾਂ ਮੈਂ ਸਭ ਦੀ ਕੇਅਰ ਕਰਨੀ ਆ ਜਾਂ ਕਰ ਰਿਹਾ ਆ, ਤਾਂ ਮੇਰੇ ਹਿਸਾਬ ਨਾਲ ਤੁਸੀਂ ਖੁਦ ਹੀ ਇਸ ਚੀਜ਼ ਨੂੰ ਮੋਟੀਵੇਸ਼ਨ ਚ ਲੈ ਕੇ, ਇੰਸਪੀਰੇਸ਼ਨ ਚ ਲੈ ਕੇ ਜਾ ਸਕਦੇ ਆ ਕਿ ਅਗਰ ਮੈਂ ਕਰ ਸਕ ਰਿਹਾ ਹਾਂ ਜਾਂ ਕਰ ਸਕਦਾ ਹਾਂ ਤਾਂ ਇਟ ਮੀਨਸ ਮੇਰੇ ਚ ਇੰਨੀ ਪਾਵਰ ਹੈਗੀ ਆ ਕਿ ਮੈਂ ਆਪਣੀਆਂ ਬਿਮਾਰੀਆਂ ਤੋਂ ਵੀ ਨਿਜਾਤ ਪਾ ਸਕਦਾ ਹਾਂ। ਸੋ ਇਹ ਜਿਹੜੇ ਛੋਟੇ ਛੋਟੇ ਕੁਝ ਟਿਪਸ ਹੈਗੇ ਆ, ਇਹਨਾਂ ਨੂੰ ਅਪਣਾ ਲਓ, ਇਹਨਾਂ ਨੂੰ ਸੈਲਫ ਮੋਟੀਵੇਸ਼ਨ ਕਹਿੰਦੇ ਆ। ਥੋੜੀ ਦੇਰ ਪਹਿਲਾਂ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ ਕਿ ਆਪਾਂ ਪੋਇਮ ਬੱਚਿਆਂ ਨੂੰ ਪੜ੍ਹਾਉਂਦੇ ਆ, ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਮੇਕਸ ਅ ਮੈਨ ਹੈਲਦੀ ਵੈਲਥੀ ਐਂਡ ਵਾਈਜ਼। ਇਹ ਕੀ ਕਰਦੇ ਆ ਆਪਾਂ ਬੱਚਿਆਂ ਨੂੰ ਸਿਖਾ ਕੇ ਬੁੱਕ ਬੰਦ ਕਰਕੇ ਸਾਈਡ ਤੇ ਰੱਖ ਦਿੰਦੇ ਆ। ਇਹਨੂੰ ਕਦੀ ਤੁਸੀਂ ਆਪਣੇ ਤੇ ਅਪਲਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਦੀ ਇਹ ਸੋਚਿਆ ਨਹੀਂ ਕਿ ਉਹ ਜਿਹੜੀਆਂ ਤੁਕਾਂ ਜਾਂ ਕੋਈ ਰਾਈਮ ਜਾਂ ਉਹਦੀਆਂ ਲਾਈਨਸ ਲਿਖੀਆਂ ਗਈਆਂ ਆ ਉਹਨਾਂ ਦਾ ਕੁਛ ਅਰਥ ਤਾਂ ਨਿਕਲਦਾ ਹੋਊਗਾ ਜਾਂ ਫਿਰ ਐਜ਼ ਇਟ ਇਜ਼ ਹੀ ਲਿਖ ਦਿੱਤੀਆਂ ਬਸ। ਕਵੀ ਜਾਂ ਕੋਈ ਲੇਖਿਕਾ ਜਾਂ ਜੋ ਵੀ ਹੈ, ਅਗਰ ਉਹ ਕੁਛ ਲਿਖਦੇ ਆ ਜਾਂ ਜਸਟ ਤੁਸੀਂ ਵੀ ਬੈਠੇ ਬੈਠੇ ਕੁਛ ਆਪਣੀ ਇਮੈਜੀਨੇਸ਼ਨ ਨਾਲ ਲਿਖ ਦਿੱਤਾ, ਇਟ ਮੀਨਸ ਉਹਦਾ ਕੋਈ ਮਤਲਬ ਨਿਕਲਦਾ ਆ। ਠੀਕ ਹੈ, ਉਹਦਾ ਮਤਲਬ ਕੀ ਨਿਕਲਦਾ? ਅਰਲੀ ਟੂ ਬੈਡ ਮੀਨਸ ਜਲਦੀ ਸੋਵੋ, 10 ਵਜੇ ਤੱਕ ਸੋ ਜਾਓ। ਠੀਕ ਹੈ, ਅਰਲੀ ਟੂ ਰਾਈਜ਼ ਅਰਲੀ ਉੱਠਣ ਦੀ ਕੋਸ਼ਿਸ਼ ਕਰੋ। ਠੀਕ ਹੈ, ਡੀਪ ਸਲੀਪ ਦਾ ਜਿਹੜਾ ਟਾਈਮ ਹੈਗਾ, ਮੈਂ ਤੁਹਾਨੂੰ ਨਾਲ ਜੋ ਵੀ ਸ਼ੇਅਰ ਕਰਦੀ ਨਹੀਂ, ਡੀਪ ਸਲੀਪ ਦਾ ਟਾਈਮ ਹੁੰਦਾ ਆ ਰਾਤ ਦੇ 10 ਵਜੇ ਤੋਂ ਸਵੇਰੇ 2 AM, ਮਤਲਬ ਕਿ 2 ਵਜੇ, ਜਿਹੜਾ ਤੜਕੇ 2 ਵਜੇ ਦਾ ਟਾਈਮ ਆ, ਇਹ ਜਿਹੜੇ 4 ਘੰਟੇ ਆ ਤੁਹਾਡੇ ਡੀਪ ਸਲੀਪ ਦੇ ਹੁੰਦੇ ਆ। ਔਰ ਇਹਨਾਂ 4 ਘੰਟਿਆਂ ਚ ਆਪਾਂ ਜਿਹੜੇ ਹੈਗੇ ਆ ਗੈਜਟਸ ਯੂਜ਼ ਕਰਦੇ ਆ, ਸਾਨੂੰ ਨੀਂਦ ਨਹੀਂ ਆਉਂਦੀ, ਅਸੀਂ ਡਾਟਾ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ। ਬਹੁਤ ਸਾਰੇ ਇਦਾਂ ਦੇ ਲੋਕੀ ਜਿਹੜੇ ਮੈਨੂੰ ਮਿਲਦੇ ਹੈਗੇ ਜਿਹੜੇ ਕਹਿੰਦੇ ਆ ਕਿ ਸਾਡਾ ਡਾਟਾ ਹੀ ਨਹੀਂ ਸੀ ਖਤਮ ਹੋਇਆ, ਨੀਂਦ ਵੀ ਨਹੀਂ ਆ ਰਹੀ ਸੀ, ਤਾਂ ਅਸੀਂ ਸੋਚਿਆ ਚਲੋ ਪਹਿਲਾਂ ਡਾਟਾ ਖਤਮ ਕਰ ਲਈਏ। ਤਾਂ ਫਿਰ ਉਹ ਕੀ ਹੈਗਾ, ਉਹ ਤੁਹਾਡੀ ਇੱਕ ਰੂਟੀਨ ਬਣ ਗਈ। ਇੱਕ ਦਿਨ ਡਾਟਾ ਖਤਮ ਕਰਨ ਲਈ ਫੋਨ ਚਲਾਇਆ, ਦੂਜੇ ਦਿਨ ਫਿਰ ਡਾਟਾ ਖਤਮ ਕੀਤਾ। ਇਹਦੇ ਨਾਲ ਕੀ ਕਰ ਰਹੇ ਹੋ? ਆਪਣੀ ਅੱਖਾਂ ਨੂੰ ਤਾਂ ਤੁਸੀਂ ਕਹਿ ਲਓ, ਅਗਰ ਮੈਂ ਪੰਜਾਬੀ ਭਾਸ਼ਾ ਚ ਹੁਣ ਕਵਾਂ ਤਾਂ ਬਿਲਕੁਲ ਤੁਸੀਂ ਬਲਾਈਂਡ ਹੋ ਜਾਓਗੇ, ਅੰਨੇ ਹੋ ਜਾਓਗੇ। ਕਿਉਂ? ਕਿਉਂਕਿ ਇੱਕ ਤਾਂ ਰਾਤ ਨੂੰ ਹਨੇਰੇ ਦੇ ਵਿੱਚ ਫੋਨ ਚਲਾਣਾ ਉਹ ਜਿਹੜਾ ਤੁਹਾਡੀ ਅੱਖਾਂ ਤੇ ਇੰਨਾ ਕੁ ਇਫੈਕਟ ਕਰਦਾ ਆ ਕਿ ਜਿਹੜਾ ਤੁਹਾਨੂੰ ਇੰਨੀਆਂ ਆਪਰੇਸ਼ਨਸ ਤੱਕ ਪਹੁੰਚਾ ਦਿੰਦਾ। ਦੂਜਾ ਤੁਹਾਡੀ ਬਾਡੀ ਤੇ ਇਫੈਕਟ ਕਰਦਾ। ਬਾਡੀ ਤੇ ਕੀ ਇਫੈਕਟ ਕਰਦਾ ਆ? ਇਮਿਊਨਿਟੀ ਡਾਊਨ, ਵਿਲ ਪਾਵਰ ਨੈਗੇਟਿਵ। ਠੀਕ ਹੈ, ਨੈਗੇਟਿਵ ਥੋਟਸ, ਕਿਉਂਕਿ ਨੀਂਦ ਨਹੀਂ ਪੂਰੀ ਹੋਈ। ਜਦੋਂ ਡੀਪ ਸਲੀਪ ਨਹੀਂ ਹੋਈ, ਨੀਂਦ ਪੂਰੀ ਨਹੀਂ ਹੋਈ। ਠੀਕ ਹੈ, ਜੇ ਤੁਸੀਂ ਸੌਂਦੇ ਹੀ 2-3 ਵਜੇ ਆ ਜਾਂ 1 ਵਜੇ ਸੋ ਗਏ ਜਾਂ 12 ਵਜੇ ਸੋ ਗਏ, ਡੀਪ ਸਲੀਪ ਦਾ ਟਾਈਮ ਖਤਮ ਹੋ ਗਿਆ। ਠੀਕ ਹੈ, ਉਹ ਤੁਸੀਂ ਡੀਪ ਸਲੀਪ ਲਈ ਨਹੀਂ, ਤੁਸੀਂ ਉੱਠੇ ਔਰ ਸਵੇਰੇ ਫੇਰ ਉਦਾਂ ਹੀ ਸਿਰ ਭਾਰਾ, ਸਟ੍ਰੈਸ ਨਾਲ ਭਰੇ ਹੋ, ਤੁਸੀਂ ਆਪਣਾ ਕੰਮਕਾਰ ਕਰ ਰਹੇ ਹੋ ਸਾਰਾ ਦਿਨ, ਖਿਚੇ, ਇਰੀਟੇਸ਼ਨ। ਇਹ ਚੀਜ਼ਾਂ ਕਿਉਂ ਆ? ਬਿਕੋਜ਼ ਆਫ ਦੈਟ ਅਸੀਂ ਆਪਣਾ ਡਾਟਾ ਫਿਨਿਸ਼ ਕਰ ਰਹੇ ਸੀਗੇ, ਲਾਈਕ ਆਪਣਾ ਗੈਜਟਸ ਯੂਜ਼ ਕਰ ਰਹੇ ਸੀ ਕਿਉਂਕਿ ਸਾਨੂੰ ਨੀਂਦ ਨਹੀਂ ਆ ਰਹੀ ਸੀ। ਇਹ ਨੀਂਦ ਨਹੀਂ ਆ ਰਹੀ ਸੀ, ਇਹ ਅਸੀਂ ਆਪਣੇ ਮੈਂਟਲੀ ਆਪਣੇ ਦਿਮਾਗ ਨੂੰ ਦੱਸ ਦਿੱਤਾ ਕਿ ਮੈਨੂੰ ਹਲੇ ਨੀਂਦ ਨਹੀਂ ਆ ਰਹੀ। ਦਿਮਾਗ ਕਹਿ ਰਿਹਾ ਕਿ ਮੈਨੂੰ ਨੀਂਦ ਆ ਰਹੀ ਹੈ, ਲੇਕਿਨ ਮੈਂ ਕੀ ਕਹਿ ਰਹੀ ਹਾਂ ਕਿ ਮੈਂ ਫੋਨ ਚਲਾਉਣਾ ਹੈ ਇਸ ਟਾਈਮ ਜਾਂ ਮੈਂ ਨੈਟ ਯੂਜ਼ ਕਰਨਾ ਹੈ। ਮੇਰਾ ਤਾਂ ਹਲੇ ਡਾਟਾ ਪਿਆ ਆ 12 ਵਜੇ, ਤਾਂ ਫਿਰ 1 ਵਜੇ ਜਦੋਂ ਵੀ ਸ਼ਾਇਦ ਨਵਾਂ ਮਿਲ ਜਾਂਦਾ ਆ ਤੇ ਮੈਂ ਪਹਿਲਾ ਡਾਟਾ ਤਾਂ ਖਤਮ ਕਰਨਾ ਆ ਨਾ। ਤੇ ਇਸ ਕਰਕੇ ਦਿਮਾਗ ਮੈਨੂੰ ਨੀਂਦ ਨਹੀਂ ਆ ਰਹੀ ਤੇ ਦਿਮਾਗ ਜਿਹੜਾ ਆ ਉਹ ਇੰਨਾ ਕੁ ਸਟ੍ਰੈਸਡ ਹੋ ਜਾਂਦਾ ਆ ਕਿਉਂਕਿ ਅਸੀਂ ਆਪਣੀ ਬਾਡੀ ਦੀ ਇੰਡੀਕੇਸ਼ਨਸ ਨੂੰ ਸਮਝ ਨਹੀਂ ਪਾ ਰਹੇ। ਬਾਡੀ ਇੰਡੀਕੇਸ਼ਨ ਦਿੰਦੀ ਹੈ ਬਾਰ-ਬਾਰ। ਡਾਕਟਰ ਆਜ਼ਾਦ ਜੀ, ਡਾਕਟਰ ਵਿਰਕ ਜੀ ਬਾਰ-ਬਾਰ ਦੱਸਦੇ ਆ ਕਿ ਤੁਹਾਡੀ ਬਾਡੀ ਜਿਹੜੀ ਆ ਤੁਹਾਨੂੰ ਇੰਡੀਕੇਸ਼ਨਸ ਦਿੰਦੀ ਆ, ਇੰਡੀਕੇਟ ਕਰਦੀ ਆ ਕਿ ਤੈਨੂੰ ਇਹ ਚੀਜ਼ ਤੇਰੀ ਬਾਡੀ ਵਾਸਤੇ ਠੀਕ ਨਹੀਂ ਆ ਜਾਂ ਤੈਨੂੰ ਇਸ ਟਾਈਮ ਨੀਂਦ ਆ ਰਹੀ ਆ। ਜਦ ਤੱਕ ਅੱਜ ਕੱਲ ਦੇ ਟਾਈਮ ਦੇ ਵਿੱਚ ਫੋਨ ਮੂੰਹ ਤੇ ਨਹੀਂ ਡਿੱਗ ਜਾਂਦੇ ਤਦ ਤੱਕ ਅਸੀਂ ਮੰਨਦੇ ਹੀ ਨਹੀਂ ਹੈਗੇ ਕਿ ਸਾਨੂੰ ਨੀਂਦ ਆ ਰਹੀ ਹੈ।
ठीक है। सो अपनी ਜਿਹੜੀ ਇੰਨਾ ਮੇਰਾ ਇਹ ਬੋਲਣ ਦਾ ਜਾਂ ਇੰਨਾ ਤੁਹਾਨੂੰ ਗਾਈਡੈਂਸ ਦੇਣ ਦਾ ਇਨਫੋਰਮੇਸ਼ਨ ਦੇਣ ਦਾ ਮਕਸਦ ਸਿਰਫ ਇੰਨਾ ਕਾ ਕਿ ਤੁਸੀਂ ਜਿਹੜਾ ਇਹਨਾਂ ਚੀਜ਼ਾਂ ਨੂੰ ਸਟ੍ਰਿਕਟਲੀ ਆਪਣੀ ਜਿਹੜੀ ਲਾਈਫਸਟਾਈਲ ਤੇ ਆ ਉਹਨੂੰ ਅਪਲਾਈ ਕਰੋ ਔਰ ਇੱਕ ਹੈਲਦੀ ਲਾਈਫਸਟਾਈਲ ਦੇ ਵਿੱਚ ਆਓ। ਤੁਸੀਂ ਖੁਦ ਦੇਖੋਗੇ ਕਿ ਤੁਹਾਨੂੰ ਕਿੰਨਾ ਅੱਛਾ ਫੀਲ ਹੋ ਰਿਹਾ ਹੈ, ਦੈਟ ਤੁਸੀਂ ਪੋਜ਼ਿਟਿਵਿਟੀ ਨਾਲ ਭਰ ਚੁੱਕੇ ਆ, ਤੁਹਾਨੂੰ ਇੰਨਾ ਅੱਛਾ ਹਰ ਚੀਜ਼, ਤੁਹਾਨੂੰ ਕੋਈ ਬਿਮਾਰੀ ਨਹੀਂ। ਅਗਲੇ ਆਉਣ ਵਾਲੇ ਕਈ ਸਾਲਾਂ 'ਚ ਅਗਰ ਹਰ ਕੋਈ ਇਹਨੂੰ ਸਟ੍ਰਿਕਟਲੀ ਫੋਲੋ ਕਰ ਲੂਗਾ, ਜਿਵੇਂ ਡਾਕਟਰ ਸਾਹਿਬ ਦੱਸਦੇ ਹੈਗੇ ਕਿ ਡਾਇਬਟੀਜ਼ ਵਰਗੀਆਂ ਜਿਹੜੀਆਂ ਪ੍ਰੋਬਲਮਸ ਆ, ਥਾਇਰਾਇਡ ਵਰਗੀਆਂ, ਇਹ ਸਾਰੀਆਂ ਜਿਹੜੀਆਂ ਤੁਹਾਡੀ ਬੋਡੀ ਦੇ ਵਿੱਚ ਕਦੀ ਮਤਲਬ ਏਦਾਂ ਸੋਚਿਆ ਕਰਨਾ ਸੀ ਕਿ ਇਹ ਪ੍ਰੋਬਲਮਾਂ ਕਦੀ ਸੀਗੀਆਂ, ਇਹ ਡਾਇਬਟੀਜ਼ ਕਦੀ ਹੁੰਦੀ ਸੀਗੀ। ਠੀਕ ਹੈ, ਇਹ ਕਦੋਂ ਹੋ ਸਕਦਾ? ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਦੇਖੋ, ਅਵੇਅਰ ਹਰ ਕੋਈ ਆ, ਜਾਗਰੂਕ ਹਰ ਕੋਈ ਅੱਜ ਕੱਲ ਦੇ ਸਮੇਂ 'ਚ, ਹਰ ਕਿਸੇ ਕੋਲ ਗੂਗਲ ਹੈ, ਹਰ ਕਿਸੇ ਕੋਲ YouTube ਹੈ, ਹਰ ਕਿਸੇ ਦੇ ਫੋਨ 'ਚ ਇੰਟਰਨੈਟ ਹੈਗਾ, ਤੇ ਅਵੇਅਰ ਹਰ ਕੋਈ ਆ। ਸਾਡਾ ਵਾਰ-ਵਾਰ ਇਨਫੋਰਮੇਸ਼ਨ ਦੇਣ ਦਾ ਮਤਲਬ ਇਹ ਹੈਗਾ ਆ ਕਿ ਤੁਸੀਂ ਇਸ ਚੀਜ਼ ਨੂੰ ਅਗਰ ਸਮਝਦੇ ਆ, ਸੁਣਦੇ ਆ, ਉਸ ਚੀਜ਼ ਨੂੰ ਅਪਲਾਈ ਵੀ ਕਰੋ। ਇਹ ਨਹੀਂ ਕਿ ਪੜ੍ਹ ਲਿਆ, ਬੁੱਕ ਬੰਦ ਕੀਤੀ ਤੇ ਸਾਈਡ ਤੇ ਰੱਖ ਦਿੱਤੀ। ਜਿਵੇਂ ਕਿ ਹੁਣੀ ਥੋੜੀ ਦੇਰ ਪਹਿਲਾਂ ਮੈਂ ਰਾਈਮ ਦੀ ਗੱਲ ਕੀਤੀ, ਅਰਲੀ ਟੂ ਬੈਡ ਅਰਲੀ ਟੂ ਰਾਈਜ਼। ਅਰਲੀ ਟੂ ਰਾਈਜ਼, ਜਲਦੀ ਸਵੇਰੇ ਉੱਠੋਗੇ ਤੁਸੀਂ, ਅੰਮ੍ਰਿਤ ਵੇਲਾ ਹੁੰਦਾ ਆ 4 ਤੋਂ 5 ਵਜੇ ਦਾ, ਬਹੁਤ ਹੀ ਜ਼ਿਆਦਾ ਵਧੀਆ ਵਕਤ ਹੁੰਦਾ ਆ, ਜਿਹਦੇ ਵਿੱਚ ਤੁਸੀਂ ਆਪਣਾ ਉੱਠ ਕੇ ਪਾਠ ਪੂਜਾ ਕਰੋ, ਸਿਮਰਨ ਕਰੋ, ਆਪਣੇ ਜਿਹੜੇ ਆ ਸ਼ੁਕਰੀਆ ਅਦਾ ਕਰੋ ਰੱਬ ਨੂੰ, ਸਾਨੂੰ ਇੱਕ ਹੋਰ ਦਿਨ ਨਵਾਂ ਦੇਣ ਲਈ, ਇੱਕ ਬਿਮਾਰੀ ਮੁਕਤ ਦਿਨ ਦੇਣ ਲਈ, ਬਿਮਾਰੀ ਮੁਕਤ ਜੀਵਨ ਦੇਣ ਲਈ। ਆਪਣੇ ਆਪ ਨਾਲ ਵਾਅਦਾ ਕਰੋ, ਆਪਣੇ ਹੱਥਾਂ ਨੂੰ ਏਦਾਂ ਤੁਸੀਂ ਰੱਖ ਕੇ ਜਾਂ ਏਦਾਂ ਜਿੱਦਾਂ ਵੀ ਤੁਹਾਨੂੰ ਅੱਛਾ ਲੱਗਦਾ ਆ, ਉਸ ਚੀਜ਼ ਤੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰੋ ਕਿ ਤੂੰ ਸਾਨੂੰ ਇੱਕ ਦਿਨ ਹੋਰ ਬਖਸ਼ਿਆ, ਤੇ ਇਸ ਦਿਨ ਨੂੰ ਆਪਾਂ ਵੇਸਟ ਨਹੀਂ ਹੋਣ ਦੇਣਾ। ਇਸ ਦਿਨ 'ਚ ਹੋਰ ਕੁਛ ਕੰਮ ਨਾ ਹੋਵੇ ਤੁਹਾਨੂੰ, ਲੇਕਿਨ ਆਪਣੇ ਦਿਨ ਦਾ ਜਿਹੜਾ ਇੱਕ ਹੈਲਦੀ ਲਾਈਫਸਟਾਈਲ ਦੇ ਵਿੱਚ ਕਦਮ ਰੱਖਣਾ, ਇਹ ਮੇਰੇ ਹਿਸਾਬ ਨਾਲ ਕੋਈ ਔਖਾ ਨਹੀਂ ਹੈਗਾ। ਦਿਨ ਦੇ ਵਿੱਚ ਟੌਕਸਿਨ ਫ੍ਰੀ ਚੀਜ਼ਾਂ ਕੀ ਹੈਗੀਆਂ? ਫਰੂਟ ਖਾਓ, ਸੈਲਡ ਖਾਓ, ਸਪਰਾਊਟਸ ਖਾਓ, ਪ੍ਰੋਟੀਨ ਲਓ ਜਿੰਨਾ ਤੁਹਾਡੀ ਬੋਡੀ ਨੂੰ ਜ਼ਰੂਰਤ ਹੈਗੀ ਆ। ਦੁੱਧ ਚਾਵਾਂ ਵਰਗੀਆਂ ਚੀਜ਼ਾਂ ਜ਼ਹਿਰ ਨਾਲ ਭਰੀਆਂ ਇਹ ਨਾ ਖਾਓ ਬਿਲਕੁਲ ਵੀ। ਇਹਦੀ ਜਗ੍ਹਾ ਤੇ ਜਿਹੜੀਆਂ ਤੁਹਾਨੂੰ ਦੱਸੇ ਹੈਗੇ ਮਿਲਟਸ ਖਾਓ। ਕਿਉਂ ਵਾਰ-ਵਾਰ ਮੈਨੂੰ ਇਹ ਕੁਐਸਚਨਸ ਆਉਂਦੇ ਆ ਕਿ ਮਿਲਟਸ ਖਾ ਰਹੇ ਆ ਬਟ ਇੰਨੀ ਜ਼ਿਆਦਾ ਜਿਹੜੀ ਆ ਉਹ ਸੈਟਅਪ ਨਹੀਂ ਬਣ ਰਿਹਾ। ਕਿਉਂ ਨਹੀਂ ਬਣ ਰਿਹਾ? ਕਿਉਂਕਿ ਤੁਸੀਂ ਸਿਰਫ ਮਿਲਟਸ ਖਾ ਰਹੇ ਹੋ। ਠੀਕ ਹੈ, ਮਿਲਟਸ ਹੈਗੀ ਆ ਚਾਵਲ ਆਟੇ ਦਾ ਸਬਸਟੀਟਿਊਟ, ਮੈਦੇ ਦਾ ਸਬਸਟੀਟਿਊਟ। ਦਾਲ ਸਬਜ਼ੀ ਉਨੀ ਖਾਣੀ ਪੈਂਦੀ ਜਿੰਨੀ ਤੁਸੀਂ ਰੋਟੀ ਤੇ ਕਣਕ ਦੀ ਨਾਲ, ਮੱਕੀ ਦੇ ਨਾਲ ਖਾਂਦੇ ਹੈਗੇ ਹੋ। ਇਹ ਨਹੀਂ ਕਿ ਤੁਸੀਂ ਮਿਲਟਸ ਦੇ ਦਿੱਤੇ ਤਾਂ ਦਾਲ ਸਬਜ਼ੀ ਖਾਣ ਦੀ ਬਿਲਕੁਲ ਜ਼ਰੂਰਤ ਨਹੀਂ, ਕੱਲੇ ਮਿਲਟਸ ਨੂੰ ਹੀ ਤੜਕਾ ਲਗਾ ਲਗਾ ਕੇ ਤੁਸੀਂ ਖਾਈ ਜਾ ਰਹੇ ਹੋ। ਨੋ, ਪ੍ਰੋਟੀਨ, ਗੁੱਡ ਕਾਰਬੋਹਾਈਡਰੇਟਸ, ਹੈਲਦੀ ਫੈਟ, ਇਹ ਚੀਜ਼ਾਂ ਬੋਡੀ ਨੂੰ ਕਿੰਨੀਆਂ ਕਿੰਨੀਆਂ ਜ਼ਰੂਰਤ ਹੈਗੀ ਆ, ਇਹ ਮਿਲਟਸ ਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਹੈ ਜਦੋਂ ਤੁਹਾਡੀ ਇੱਕ ਡਾਈਟ ਸ਼ਡਿਊਲ ਕੀਤੀ ਜਾਂਦੀ ਆ। ਠੀਕ ਹੈ, ਉਸ ਤੋਂ ਬਾਅਦ ਤੁਹਾਡੇ ਜਿਹੜੇ ਦਾਲ ਸਬਜ਼ੀ ਤਾਂ ਉਨੀ ਲੈਣੀ ਆ ਬੋਡੀ ਨੇ। ਅਗਰ ਮੈਂ ਇਹ ਕਹਾਂ ਕਿ ਕੱਲੀ ਰੋਟੀ ਖਾ ਲਓ, ਦਾਲ ਸਬਜ਼ੀ ਲੈਣ ਦੀ ਜ਼ਰੂਰਤ ਨਹੀਂ ਆ, ਦਹੀਂ ਵੀ ਨਾ ਖਾਓ ਤੁਸੀਂ, ਸੈਲਡ ਵੀ ਨਾ ਖਾਓ, ਬੋਡੀ ਦੇ ਸਾਰੇ ਨਿਊਟ੍ਰੀਐਂਟਸ ਕਿੱਦਾਂ ਪੂਰੇ ਕਰੋਗੇ? ਇਸ ਕਰਕੇ ਮੇਰੀ ਬਹੁਤ ਜ਼ਿਆਦਾ ਤੁਹਾਡੇ ਨਾਲ ਇੱਕ ਰਿਕੁਐਸਟ ਹੈਗੀ ਆ ਕਿ ਮਿਲਟਸ ਖਾਓ ਜਿੰਨੀ ਭੁੱਖ ਆ। ਡਾਈਟਿੰਗ ਬਿਲਕੁਲ ਨਹੀਂ ਕਰਨੀ। ਇਹ ਨਹੀਂ ਕਿ ਪਤਲੇ ਹੋਣ ਵਾਸਤੇ ਅਸੀਂ ਮਿਲਟਸ ਵੀ ਖਾਣੇ ਆ ਤਾਂ ਸ਼ਾਇਦ ਅੱਧੀ ਕੁ ਕੌਲੀ ਖਾਵਾਂਗੇ ਤਾਂ ਠੀਕ ਹੈ। ਭਰ ਪੇਟ ਜਿੰਨੀ ਤੁਹਾਡਾ ਭੁੱਖ ਹੈਗੀ ਆ, ਤੁਹਾਨੂੰ 2 ਕੌਲੀਆਂ ਦੀ ਭੁੱਖ ਆ, 3 ਤੁਸੀਂ ਖਾਓ, ਕੋਈ ਦਿੱਕਤ ਨਹੀਂ ਹੈ, ਈਜ਼ੀ ਟੂ ਡਾਈਜੈਸਟ ਹੈ। ਠੀਕ ਹੈ, ਲੇਕਿਨ ਦਾਲ ਸਬਜ਼ੀ ਉਨੀ ਲਓ ਜਿੰਨੀ ਤੁਹਾਡੀ ਬਾਕੀ ਜਿਹੜੀ ਤੁਸੀਂ ਪਹਿਲਾਂ ਆਪਣੀ ਰੋਟੀ ਦੇ ਨਾਲ ਜਿਹੜਾ ਲਾਈਫਸਟਾਈਲ ਦੇ ਵਿੱਚ ਆਪਾਂ ਲੈਂਦੇ ਸੀਗੇ। ਦੂਸਰਾ ਇਹਦੇ ਵਿੱਚ ਇਹ ਆ ਜਾਂਦਾ ਹੈਗਾ ਆ ਕਿ ਬੋਡੀ ਦੇ ਜਿਹੜੇ ਨਿਊਟ੍ਰੀਐਂਟਸ ਆ, ਡਾਕਟਰ ਜੀ.ਐਸ. ਵਿਰਕ ਜੀ ਦੇ ਦੱਸਣ ਮੁਤਾਬਿਕ ਔਰ ਸਟੱਡੀ ਮੁਤਾਬਿਕ 100 ਤਰੀਕੇ ਦਾ ਨਿਊਟ੍ਰੀਐਂਟ ਆ। ਮੈਂ ਬਾਰ-ਬਾਰ ਦੱਸਦੀ ਰਹਿੰਦੀ ਆ ਕਿ 100 ਤਰੀਕੇ ਦਾ ਨਿਊਟ੍ਰੀਐਂਟ ਆ, ਪਰ ਅਸੀਂ ਬੜੀ ਮੁਸ਼ਕਿਲ ਨਾਲ 2 ਤੋਂ 3 ਤਰੀਕੇ ਦਾ ਨਿਊਟ੍ਰੀਐਂਟਸ ਜਿਹੜੇ ਲੈ ਪਾਉਂਦੇ ਆ। ਠੀਕ ਹੈ, ਉਹ ਆਪਾਂ ਲੈਂਦੇ ਆ ਤੇ ਬਸ ਅਸੀਂ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਾ ਆਵੇ। ਠੀਕ ਹੈ, ਪਾਣੀ ਆਪਣੀ ਮਰਜ਼ੀ ਨਾਲ ਪੀ ਲਿਆ, ਠੀਕ ਹੈ, ਕਿਤੇ 1 ਗਲਾਸ ਪੀ ਲਿਆ, 2 ਪੀ ਲਏ, ਇਟਸ ਓਵਰ। ਨੋ, ਪਾਣੀ ਦੇ ਗਰਮੀਆਂ ਦੇ ਵਿੱਚ ਆ ਜਿਹੜਾ ਹੁਣ ਦਾ ਮੌਸਮ ਚੱਲ ਰਿਹਾ ਹੈ, ਇਸ ਵਿੱਚ ਪਾਣੀ ਦੀ ਇੰਨੀ ਜ਼ਿਆਦਾ ਜ਼ਰੂਰਤ ਹੈ ਤੁਹਾਡੀ ਬੋਡੀ ਨੂੰ। ਘੱਟੋ ਘੱਟ ਵੀ 15 ਤੋਂ 20 ਗਲਾਸ ਦਿਨ ਦੇ ਜਿਹੜੇ ਬੋਡੀ ਨੂੰ ਜ਼ਰੂਰਤ ਹੈਗੀ ਆ ਪਾਣੀ ਦੀ। ਉਹਦੇ ਵਿੱਚ ਉਹਨੂੰ ਲੈਮਨ ਵਾਟਰ ਪੀ ਲਓ, ਜਿਹਨੂੰ ਨਿੰਬੂ ਪਾਣੀ ਕਹਿੰਦੇ ਆ, ਨਾਰੀਅਲ ਪਾਣੀ ਪੀ ਲਓ, ਪੁਦੀਨੇ ਦਾ ਪਾਣੀ ਪੀ ਲਓ। ਅਗਰ ਸਿੰਪਲ ਪਾਣੀ ਨਹੀਂ ਪੀਣਾ, ਪਾਣੀ ਨੂੰ ਐਲਕਲਾਈਨ ਕਰਕੇ ਪੀ ਲਓ।
ठीक है। एल्कलाइन वाटर जिन्होंने जीवत एल्कलाइन कहा जाता है, जीवत पानी, वो पी लो। ਉਹਦੇ ਵਿੱਚ ਪੁਦੀਨਾ, ਨਿੰਬੂ, ਅਦਰਕ, ਇਸ ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ ਆ, ਇਹ ਪਾ ਕੇ ਜਿਹੜਾ ਹੈ ਪਾਣੀ ਰੈਗੂਲਰ, ਮਟਕੇ ਦਾ ਪਾਣੀ ਜਿਹਨੂੰ ਘੜਾ ਕਹਿੰਦੇ ਹੈਗੇ ਮਿੱਟੀ ਦਾ, ਉਹਦਾ ਪਾਣੀ ਪੀਓ। ਫ੍ਰਿਜ ਦਾ ਪਾਣੀ ਬਿਲਕੁਲ ਨਾ ਪੀਓ, ਠੀਕ ਹੈ। ਪਾਣੀ ਇਜ਼ ਦ ਬੇਸ ਆਫ ਯਰ ਬੋਡੀ। ਪਾਣੀ ਨੇ ਸਭ ਕੁਝ ਡਾਈਜੈਸਟ ਕਰਨਾ, ਪਾਣੀ ਨੇ ਸਭ ਕੁਝ ਡਿਜ਼ੋਲਵ ਕਰਨਾ ਆ। ਵੱਡੀਆਂ ਵੱਡੀਆਂ ਪੀਸੀਓਡੀ, ਪੀਸੀਓਐਸ ਵਰਗੀਆਂ ਬਿਮਾਰੀਆਂ ਜਿਹੜੀਆਂ ਲੇਡੀਜ਼ ਚੱਲਦੀਆਂ ਹੈਗੀਆਂ, ਇਹਨਾਂ ਨੂੰ ਵੀ ਕਿਉਰ ਕਰਨ ਦੇ ਵਿੱਚ ਪਾਣੀ ਦਾ ਜਿਹੜਾ ਬਹੁਤ ਵੱਡਾ ਰੋਲ ਹੈਗਾ ਆ। ਦੂਸਰਾ ਇਹ ਆ ਜਾਂਦਾ ਆ ਕਿ ਕੁਛ ਜਿਵੇਂ ਕਿ ਆਪਾਂ ਕਹਿ ਦਿੰਦੇ ਆ ਅਰਕ, ਅਰਕ ਹੁਣ ਕੁਛ ਕਾੜੇ ਮੈਂ ਤੁਹਾਨੂੰ ਆਲਰੇਡੀ ਤੁਹਾਡੇ ਸ਼ਡਿਊਲ ਦੇ ਵਿੱਚ ਦੱਸਦੀ ਹੈਗੀ ਆ। ਕਿਸੇ ਨੂੰ ਕਿਸੇ ਪ੍ਰੋਬਲਮ ਦੇ ਹਿਸਾਬ ਨਾਲ ਕਿਸੇ ਨੂੰ ਦੱਸਿਆ ਜਾਂਦਾ ਤੁਸੀਂ ਪਿੱਪਲ ਦਾ ਪੀ ਲਓ, ਕਿਸੇ ਨੂੰ ਦੱਸਿਆ ਜਾਂਦਾ ਤੁਸੀਂ ਹਲਦੀ ਦਾ ਪੀ ਲਓ, ਕਿਸੇ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਜੀਰੇ ਦਾ ਪੀ ਲਓ, ਜਵੈਨ ਦਾ ਪੀ ਲਓ, ਇਲਾਇਚੀ, ਸੌਂਫ। ਸੋ ਤਰੀਕੇ ਦੇ ਜਿਹੜੀਆਂ ਸਾਡੇ ਕੋਲ ਹਰਬਸ ਹੈਗੀਆਂ ਜਿਨ੍ਹਾਂ ਦਾ ਅਸੀਂ ਕਾੜਾ ਬਣਾ ਕੇ ਪੀਂਦੇ, ਤਾਂ ਕਿ ਸਾਡੇ ਜਿਹੜੇ ਆ ਬਲੱਡ ਦੇ ਲੈਵਲ ਆ, ਜਿਹਦੇ ਵਿੱਚ ਬਲੱਡ ਪ੍ਰੈਸ਼ਰ, ਬਲੱਡ ਗਲੂਕੋਸ ਲੈਵਲ, ਬਲੱਡ ਸਰਕੂਲੇਸ਼ਨ, ਇਹ ਸਾਰੀਆਂ ਚੀਜ਼ਾਂ, ਬਲੌਕੇਜਿਸ, ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਹੈਗੀਆਂ। ਇਸ ਕਰਕੇ ਇਹ ਚੀਜ਼ਾਂ ਦੱਸੀ ਦੀਆਂ। ਲੇਕਿਨ ਫਿਰ ਉਹੀ ਗੱਲ ਆ ਜਾਂਦੀ ਆ ਕਿ ਕੱਲੀ ਇੱਕ ਚੀਜ਼ ਦੇ ਨਾਲ ਜਿਹੜੀਆਂ ਪ੍ਰੋਬਲਮ ਸੌਟ ਆਊਟ ਨਹੀਂ ਹੁੰਦੀਆਂ। ਇਸ ਕਰਕੇ ਰੋਟੇਸ਼ਨ ਜਿਹੜੀ ਆ ਹਰ ਚੀਜ਼ ਦੀ, ਆਇਲ ਜਿਹੜੇ ਆ, ਮੈਂ ਆਇਲਸ ਤੇ ਵੀ ਇੱਕ ਸੈਸ਼ਨ ਜ਼ਰੂਰ ਰੱਖੂੰਗੀ, ਤੁਹਾਨੂੰ ਉਹਨਾਂ ਆਇਲਸ ਬਾਰੇ ਵੀ ਬਹੁਤ ਚੰਗੇ ਤਰੀਕੇ ਨਾਲ ਮੈਂ ਸਮਝਾਉਂਗੀ ਕਿ ਕਿਉਂ ਆਪਾਂ ਵਾਰ-ਵਾਰ ਇਹ ਦੱਸੀਦਾ ਹੈਗਾ ਆ ਕਿ ਆਇਲਸ ਚੇਂਜ ਕਰੋ। ਰਿਫਾਈਨਡ ਆਇਲ ਨਹੀਂ ਖਾਣਾ, ਰਿਫਾਈਨਡ ਤੇਲ ਨਹੀਂ ਖਾਣਾ। ਕਿਉਂ ਨਹੀਂ ਖਾਣਾ? ਕਿਉਂਕਿ ਉਹਦੇ ਵਿੱਚ ਇੱਦਾਂ ਦੇ ਟੌਕਸਿਨਸ ਹੈਗੇ ਆ, ਇੱਦਾਂ ਦੀ ਬੈਡ ਕਹਿ ਲਓ ਫੈਟ ਜਾਂ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸਾਡੀ ਬੋਡੀ ਡਾਈਜੈਸਟ ਨਹੀਂ ਕਰ ਪਾਉਂਦੀ, ਔਰ ਸਾਨੂੰ ਜਿਹੜੀਆਂ ਢੇਰ ਸਾਰੀਆਂ ਜਿਹੜੀਆਂ ਦਿੱਕਤਾਂ ਆ ਉਹ ਆਉਂਦੀਆਂ ਹੈਗੀਆਂ, ਠੀਕ ਹੈ। ਤੇ ਮੈਂ ਕੁਛ ਤੁਹਾਨੂੰ ਅਰਕ ਜਿਹੜੇ ਆ ਉਹ ਦੱਸਦੀ ਹੈਗੀ ਆ, ਜਿਵੇਂ ਕਿ ਕੁਛ ਅਰਕ ਜਿਹੜੇ ਲੈ ਰਹੇ ਹੈਗੇ ਉਹਨਾਂ ਨੂੰ ਪਤਾ ਹੈਗਾ, ਪਰ ਜਿਹੜੇ ਨਹੀਂ ਲੈ ਰਹੇ ਮੈਂ ਉਹਨਾਂ ਨੂੰ ਦੱਸਣਾ ਚਾਹੂੰਗੀ ਕਿ ਜਿਵੇਂ ਕਿ ਇਹਦੇ ਵਿੱਚ ਆ ਜਾਂਦੇ ਸਾਡੇ ਕੋਲ ਹਰਬਲ ਕੇਅਰ ਯੂ ਐਡਵਾਂਸ, ਫਿਰ ਹਰਬਲ ਡਾਈਟੋ ਕੇਅਰ ਐਂਡ ਆਸਟੀਓ ਕੇਅਰ। ਇਹ ਇਹਨਾਂ ਦੇ ਹੈਗੇ ਆ ਜਸਟ ਇੱਕ ਨਾਮ। ਹੁਣ ਇਹਨਾਂ ਦੇ ਜਿਹੜੇ ਇਫੈਕਟ ਆ ਉਹ ਕੀ ਹੈਗੇ ਆ ਬਾਡੀ ਤੇ, ਜਿਹੜੇ ਕਿ ਤੁਹਾਡਾ ਬੇਸ, ਸਭ ਤੋਂ ਪਹਿਲਾਂ ਜਿਵੇਂ ਮੈਂ ਦੱਸ ਚੁੱਕੀ, ਇਮਿਊਨਿਟੀ, ਯਰ ਕਹਿ ਲਓ ਵੇਸਟ, ਕਮਰ, ਜਿੱਥੋਂ ਸਾਰੀਆਂ ਪ੍ਰੋਬਲਮਸ, ਪੇਟ, ਜਿੱਥੋਂ ਸ਼ੁਰੂਆਤ ਹੁੰਦੀ ਹੈ, ਕੀ ਇਫੈਕਟ ਕਰਦੇ ਆ ਇਹ ਚੀਜ਼ਾਂ। ਇਹ ਚੀਜ਼ਾਂ ਤੇ ਜਿਹੜੀ ਆਉਂਦੀ ਹੈਗੀ, ਇੱਥੋਂ ਹੀ ਥਾਇਰਾਇਡ, ਇੱਥੋਂ ਹੀ ਐਸਿਡ ਫਾਰਮੇਸ਼ਨ, ਇੱਥੋਂ ਹੀ ਲੀਵਰ ਫੈਟੀ, ਇੱਥੋਂ ਹੀ ਬਲੌਕੇजेस, ਇੱਥੋਂ ਹੀ ਸਰਵਾਈਕਲ, ਮਾਈਗ੍ਰੇਨ, ਅੱਖਾਂ, ਕੰਨ, ਤਾਂ ਸਾਡੇ ਈਵਨ ਦੈਨ ਜਿਹੜੇ ਸਾਡੇ ਦੰਦ ਖਰਾਬ ਹੋਣ ਦਾ ਕਾਰਨ, ਮਾਊਥ ਬੈਕਟੀਰੀਆਜ਼, ਬੈਡ ਬੈਕਟੀਰੀਆਜ਼, ਗਲੇ ਦੀ ਇਨਫੈਕਸ਼ਨ, ਚੈਸਟ ਬਲੌਕੇजेस, ਠੀਕ ਹੈ। ਫਿਰ ਹਾਰਟ ਬਲੌਕੇजेस, ਲੰਗ ਬਲੌਕੇजेस, ਇਹ ਕੈਂਸਰ ਤੱਕ ਪਹੁੰਚਾ ਦਿੰਦੀਆਂ ਇਹ ਚੀਜ਼ਾਂ। ਅਰਥਰਾਈਟਿਸ ਜਿਹੜਾ ਅੱਜ ਕੱਲ ਬਹੁਤ ਹੀ ਕਾਮਨ ਹੋ ਗਿਆ, ਥਾਇਰਾਇਡ ਤੇ ਅਰਥਰਾਈਟਿਸ, ਜਿਹਨੂੰ ਕਿਨੂੰ ਪੁੱਛ ਲਓ ਅਰਥਰਾਈਟਿਸ, ਜਿਹਨੂੰ ਕਿਨੂੰ ਪੁੱਛ ਲਓ ਥਾਇਰਾਇਡ। ਕਿਉਂ? ਕਿਉਂਕਿ ਆਪਾਂ ਜਿਹੜਾ ਆਪਣੇ ਲਾਈਫ ਸਟਾਈਲ ਨੂੰ ਬਹੁਤ ਜ਼ਿਆਦਾ ਖਰਾਬ ਕਰ ਚੁੱਕੇ ਆ। ਤੁਸੀਂ ਦੇਖਿਆ ਹੋਣਾ ਆ, ਲਾਸਟ ਟਾਈਮ ਵੀ ਮੈਂ ਗੱਲ ਕੀਤੀ ਸੀ ਕਿ ਕਰੋਨਾ ਕਾਲ ਦੇ ਵਿੱਚ ਵੀ ਜਦੋਂ ਦੱਸਿਆ ਜਾਂਦਾ ਸੀਗਾ ਕਿ ਘਰਾਂ 'ਚ ਬੈਠੋ ਜਾਂ ਬਾਹਰ ਨਾ ਨਿਕਲੋ, ਉਦੋਂ ਵੀ ਲੋਕਾਂ ਨੇ ਜਿਹੜਾ ਬਾਹਰਲਾ ਫੂਡ ਨਹੀਂ ਛੱਡਿਆ। ਲੇਕਿਨ ਬਹੁਤ ਸਾਰੇ ਲੋਕੀ ਏਦਾਂ ਦੇ ਸੀ ਜਿਨ੍ਹਾਂ ਨੇ ਘਰਾਂ 'ਚ ਹੀ ਕੁਕਿੰਗ ਸਿੱਖ ਲਈ, ਕੁਕਿੰਗ ਇਨ ਦਾ ਸੈਂਸ ਕਿ ਇਹਨਾਂ ਚੀਜ਼ਾਂ ਨੂੰ ਬਣਾਉਣਾ ਸਿੱਖ ਲਿਆ, ਕਿਉਂਕਿ ਉਹ ਚਾਹੁੰਦੇ ਸੀ ਕਿ ਅਸੀਂ ਬਾਹਰਲਾ ਨਹੀਂ ਖਾਣਾ ਹੈਗਾ। ਸੋ ਲੋਕਾਂ ਨੇ ਬਹੁਤ ਸਾਰਾ ਚੀਜ਼ਾਂ ਜਿਹੜੀਆਂ ਘਰਾਂ 'ਚ ਹੀ ਹੈਲਦੀ ਬਣਾ ਕੇ ਖਾਣੀਆਂ ਸ਼ੁਰੂ ਕਰ ਦਿੱਤੀਆਂ, ਤੇ ਉਹਦੇ ਨਾਲ ਜਿੰਨੇ ਜਾਣੇ ਵੀ ਬਚੇ ਆ ਜਾਂ ਉਹਨਾਂ ਨੇ ਕਿਉਰ ਕੀਤਾ ਆਪਣੇ ਆਪ ਨੂੰ, ਸਿਰਫ ਇਸ ਕਰਕੇ ਕਿਉਂਕਿ ਉਹ ਜਿਹੜੇ ਆਪਣੇ ਘਰ ਦੀਆਂ ਬਣੀਆਂ ਚੀਜ਼ਾਂ ਜਿਹੜੀ ਖਾਣ ਦੇ ਵਿੱਚ ਸਕਸੈਸ ਰਹੇ, ਬਾਹਰਲਾ ਉਹਨਾਂ ਨੇ ਛੱਡਣ ਦੀ ਕੋਸ਼ਿਸ਼ ਕੀਤੀ। ਸੋ ਜਿਹੜਾ ਹਰਬਲ ਕੇਅਰ ਆ, ਮੈਂ ਤੁਹਾਨੂੰ ਇਹਦੇ ਜ਼ਰੂਰ ਦਿਖਾਉਣਾ ਚਾਹੂੰਗੀ। ਹਰਬਲ ਕੇਅਰ ਜਿਵੇਂ ਕਿ ਤੁਹਾਨੂੰ ਸ਼ੋ ਹੋ ਰਿਹਾ ਹੋਣਾ, ਇਹ ਜਿਹੜੀ ਹਰਬਲ ਕੇਅਰ ਹੈ ਇਹ ਸਾਨੂੰ ਮਲਟੀ ਡਿਸੀਜ਼ਸ ਤੋਂ ਬਚਾਉਂਦੀ ਹੈ। ਮਲਟੀ ਡਿਸੀਜ਼ਸ ਜਿਵੇਂ ਕਿ ਥਾਇਰਾਇਡ, ਐਸਿਡ ਫਾਰਮੇਸ਼ਨ, ਫੈਟੀ ਲੀਵਰ, ਬਾਡੀ ਦਾ weight ਵਧਣਾ, weight ਮੈਨੇਜਮੈਂਟ ਕਰਦੀ ਹੈ। ਇਹ ਨਹੀਂ ਕਿ ਬਾਡੀ ਦਾ weight, ਚਾਹੇ ਤੁਸੀਂ ਮਿਲਟਸ ਦੇ ਨਾਲ ਇਹਨੂੰ ਵੀ ਲਓਗੇ, ਖਾਣਿਆਂ ਨੂੰ ਵੀ ਲਓਗੇ, ਫਰੂਟਸ ਵੀ ਖਾਓਗੇ, ਸੈਲਡ ਵੀ ਲਓਗੇ, ਤਾਂ ਬਹੁਤ ਜਲਦੀ ਆਪਣੇ ਆਪ ਨੂੰ ਜਿਹੜਾ ਹੈ ਰਿਕਵਰ ਕਰ ਲਓਗੇ, ਠੀਕ ਹੈ। ਅਦਰਵਾਈਜ਼ ਇੱਕ ਚੀਜ਼ ਦੇ ਨਾਲ ਬਹੁਤ ਜ਼ਿਆਦਾ ਵਕਤ ਲੱਗ ਜਾਂਦਾ ਆ। ਇਹ ਸਾਰੀਆਂ ਚੀਜ਼ਾਂ ਲਓਗੇ ਤਾਂ ਕੁਛ ਹੀ ਮੰਥਸ ਦੇ ਵਿੱਚ ਜਿਹੜੀ ਬਾਡੀ ਤੁਹਾਨੂੰ, ਤੁਹਾਡੀ ਜਿਹੜੀ ਇੱਕ ਫਰੈਂਡਲੀ ਬਾਡੀ ਬਣ ਜੂਗੀ। ਸੌਰੀ। ਦੂਸਰਾ ਇਹਦੇ ਵਿੱਚ ਇਹ ਆ ਜਾਂਦਾ ਹੈਗਾ ਆ ਕਿ ਥਾਇਰਾਇਡ,
ਠੀਕ ਹੈ। ਓਬੇਸਿਟੀ ਯਾਨੀ ਕਿ ਮੋਟਾਪਾ, ਜਿੱਤੇ ਆਪਾਂ ਬਹੁਤ ਸਾਰੀ ਜਿਹੜੀ ਗੱਲ ਕਰ ਚੁੱਕੇ ਹੈਗੇ ਆ। ਵੇਟ ਮੈਨੇਜਮੈਂਟ ਕਰਦੀ ਹੈਗੀ ਆ, ਸਾਡੇ ਵੇਟ ਨੂੰ ਇੱਕਦਮ ਮੈਨੇਜ ਕਰ ਦਿੰਦੀ ਆ, ਤੁਹਾਡੇ ਬਲੱਡ ਦੇ ਗਲੂਕੋਜ਼ ਲੈਵਲਸ ਨੂੰ ਜਿਹੜਾ ਮੈਨੇਜ ਕਰਦੀ ਆ, ਜਿਹੜੀ ਸਾਡੀ ਬੋਡੀ ਦੇ ਇਨਸੂਲਿਨ ਲੈਵਲ ਆ, ਪੈਨਕ੍ਰੀਆਸ ਨੂੰ ਐਕਟੀਵੇਟ ਕਰਦੀ ਆ, ਠੀਕ ਹੈ, ਤਾਂ ਕਿ ਜਿਹੜੇ ਉਹਦੇ ਲੈਵਲ ਮੇਨਟੇਨ ਹੋ ਸਕਣ। ਬਲੱਡ ਪ੍ਰੈਸ਼ਰ ਨੂੰ ਬਹੁਤ ਜ਼ਿਆਦਾ ਜਿਹੜਾ ਚਾਹੇ ਲੋ ਹੈ ਚਾਹੇ ਹਾਈ ਹੈ, ਉਹਨੂੰ ਜਿਹੜਾ ਇੱਕ ਸਿਸਟਮ ਦੇ ਵਿੱਚ ਲਿਆਉਂਦੀ ਹੈਗੀ ਹੈ, ਕਿਉਂਕਿ ਬਲੱਡ ਦਾ ਜਿਹੜਾ ਪ੍ਰੈਸ਼ਰ ਆ, ਬਲੱਡ ਦਾ ਜਿਹੜਾ ਸਰਕੂਲੇਸ਼ਨ ਹੈਗੀ ਆ, ਉਹ ਤੁਹਾਡੀ ਬੋਡੀ ਸਹੀ ਹੈਗੀ ਆ, ਤੇ ਬੋਡੀ ਤੁਹਾਡੀ ਬਿਲਕੁਲ ਜਿਹੜੀ ਹਲਕੀ ਫੁਲਕੀ ਆ, ਬੋਡੀ ਨੂੰ ਕੋਈ ਦਿੱਕਤ ਆ ਹੀ ਨਹੀਂ ਸਕਦੀ, ਠੀਕ ਹੈ। ਔਰ ਇਹ ਚੀਜ਼ਾਂ ਨੂੰ ਜਿਹੜਾ ਆ ਸਟਰੋਂਗਲੀ ਬਿਹੇਵ ਕਰੋ, ਇਹ ਨਹੀਂ ਕਿ ਮੈਨੂੰ ਕੋਈ ਪ੍ਰੋਬਲਮ ਆ ਚੁੱਕੀ ਆ ਤੇ ਹੁਣ ਪਤਾ ਨਹੀਂ ਮੈਂ ਕੀ ਕਰੂੰਗੀ ਜਾਂ ਕੀ ਕਰੂੰਗਾ, ਠੀਕ ਹੈ। ਕੋਈ ਦਿੱਕਤ ਨਹੀਂ ਹੈ, ਦਵਾਈਆਂ ਛੱਡਣੀਆਂ ਕੋਈ ਔਖੀਆਂ ਨਹੀਂ ਹੈਗੀਆਂ, ਬਹੁਤ ਹੀ ਸੌਖੀ ਆ। ਸਿਰਫ ਛੋਟੇ ਜਿਹੇ ਕੁਝ ਰੂਲਸ ਅਪਣਾ ਕੇ, ਸਭ ਤੋਂ ਪਹਿਲਾਂ ਮੈਂਟਲੀ ਮੈਂ ਤੁਹਾਨੂੰ ਕਵਰ ਅਪ ਦੱਸ ਚੁੱਕੀ ਆ ਕਿ ਮੈਂਟਲੀ ਆਪਣੇ ਆਪ ਨੂੰ ਤੁਸੀਂ ਇੰਨਾ ਕੁ ਜ਼ਿਆਦਾ ਇੰਸਪਾਇਰ ਕਰੋ ਕਿ ਮੈਂ ਬਿਲਕੁਲ ਠੀਕ ਆ, ਸਭ ਤੋਂ ਪਹਿਲਾਂ। ਦੂਸਰਾ ਆ ਜਾਂਦੇ ਆ ਸਾਡੇ ਕੁਝ ਅਰਕ, ਤੀਸਰੇ ਆ ਜਾਂਦੇ ਆ ਮਿਲਟਸ, ਚੌਥੇ ਆ ਜਾਂਦੇ ਆ ਆਇਲਸ, ਫਿਰ ਆ ਜਾਂਦੇ ਫਰੂਟ ਸੈਲਡ, ਔਰ ਢੇਰ ਸਾਰੇ ਐਡੀਸ਼ਨਲ ਚੀਜ਼ਾਂ ਜਿਹੜੀਆਂ ਕਿ ਆਪਾਂ ਬੇਕਰੀ ਪ੍ਰੋਡਕਟਸ ਖਾਣ ਦੇ ਵਿੱਚ ਵਿਸ਼ਵਾਸ ਕਰਦੇ ਆ। ਤੁਸੀਂ ਦੇਖਿਆ ਹੋਣਾ ਮੈਦੇ ਔਰ ਕਣਕ ਦੇ ਬਿਸਕਿਟ ਆਪਾਂ ਚਲੋ ਅੱਗੇ ਘਰਾਂ 'ਚ ਹੀ ਕਣਕ ਦੇ ਬਣਵਾ ਲੈਂਦੇ ਸੀਗੇ, ਲੇਕਿਨ ਉਹ ਆਪਾਂ ਕਿੰਨੇ ਕਿੰਨੇ ਖਾ ਜਾਂਦੇ ਆ। ਤੁਸੀਂ ਇੱਕ ਪੈਕੇਟ ਪੂਰਾ ਮੈਦੇ ਵਾਲਾ ਬਿਸਕਿਟ ਦਾ ਲਿਆਂਦਾ, ਚਾਹੇ ਚਾਕਲੇਟ ਵਾਲੇ ਆ ਚਾਹੇ ਵਟਐਵਰ ਜਿੰਨੇ ਵੀ ਅੱਜ ਕੱਲ ਬ੍ਰਾਂਡਸ ਆਉਂਦੇ ਹੈਗੇ ਆ, ਉਹ ਅਸੀਂ ਖਾਂਦੇ ਆ ਔਰ ਪੂਰਾ ਪੂਰਾ ਪੈਕੇਟ ਹੀ ਫਿਨਿਸ਼ ਕਰ ਦਿੰਦੇ ਆ ਇੱਕ ਟਾਈਮ ਦੇ ਵਿੱਚ। ਉਹ ਕਿਉਂ? ਕਿਉਂਕਿ ਉਹ ਮੈਦਾ ਆ, ਠੀਕ ਹੈ। ਉਹ ਇੰਨਾ ਗਲੂਟਨ ਨਾਲ ਭਰਿਆ, ਸਾਨੂੰ ਉਹਦਾ ਟੇਸਟ ਹੀ ਇੰਨਾ ਲੱਗਦਾ ਹੈਗਾ ਕਿ ਅਸੀਂ ਉਹਨੂੰ ਖਾਈ ਜਾ ਰਹੇ ਹਾਂ। ਬਾਡੀ ਦੇ ਜਿਹੜੇ ਗਲੂਕੋਸ, ਬਲੱਡ ਪ੍ਰੈਸ਼ਰ, ਉਹ ਸਭ ਸਾਡੇ ਜਿਹੜੇ ਆ ਮਿਸਮੈਨੇਜ ਹੋ ਚੁੱਕੇ ਆ, ਬੈਲੈਂਸ ਨਹੀਂ ਹੈਗੇ। ਸੋ ਇਸ ਕਰਕੇ ਅਗਰ ਐਡੀਸ਼ਨਲ ਭੁੱਖ ਲੱਗਦੀ, ਉਹਦੇ ਵਿੱਚ ਨਟਸ ਖਾਓ। ਨਟਸ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ ਹੈਗੀਆਂ ਆ, ਜਿਵੇਂ ਬਦਾਮ ਆ ਗਏ, ਅਖਰੋਟ ਆ ਗਏ, ਕਾਜੂ ਆ ਗਏ, ਠੀਕ ਹੈ। ਫਿਰ ਤੁਹਾਡੇ ਸੀਡਸ ਆਉਂਦੇ ਆ, ਜਿਵੇਂ ਕਿ ਕੱਦੂ ਦੇ ਬੀਜ ਆ ਜਾਂਦੇ ਹੈਗੇ ਆ, ਫਿਰ ਤੁਹਾਡੇ ਮਗਜ਼ ਆ ਜਾਂਦੇ ਹੈਗੇ ਆ, ਠੀਕ ਹੈ, ਪੰਪਕਿਨ ਸੀਡਸ, ਫਿਰ ਤੁਹਾਡੀਆਂ ਕ੍ਰੈਨਬੈਰੀਜ਼ ਆ ਜਾਂਦੀਆਂ ਆ, ਫਿਗਸ ਆ ਜਾਂਦੀਆਂ ਆ, ਅੰਜੀਰ ਜਿਹਨੂੰ ਕਹਿੰਦੇ ਹੈਗੇ ਆ, ਠੀਕ ਹੈ, ਸੌਗੀ ਆ ਜਾਂਦੀ ਆ, ਇਹਨੂੰ ਰਾਤ ਨੂੰ ਭੇਂ ਕੇ ਸਵੇਰੇ ਜਿਹੜੀ ਖਾ ਸਕਦੇ ਹੈਗੇ ਆ, ਠੀਕ ਹੈ। ਇਹ ਚੀਜ਼ਾਂ ਜਿਹੜੀਆਂ ਬੋਡੀ ਨੂੰ ਬਹੁਤ ਜ਼ਿਆਦਾ ਹੈਲਦੀ ਬਣਾਉਂਦੀਆਂ ਹਨ। ਸੋ ਇਸ ਕਰਕੇ ਮੇਰੀ ਰਿਕੁਐਸਟ ਹੈ ਕਿ ਇਹਨਾਂ ਚੀਜ਼ਾਂ ਨੂੰ ਆਪਣੇ ਐਡੀਸ਼ਨਲ ਜਿਹੜਾ ਫੂਡ ਦੇ ਵਿੱਚ ਐਡ ਕਰੋ, ਨਾ ਕਿ ਜਿਹੜੇ 10 ਰੁਪਏ ਦਾ ਬਿਸਕਿਟ ਲੈ ਲਿਆ ਜਾਂ 20 ਰੁਪਏ ਦਾ ਬਿਸਕਿਟ ਲੈ ਲਿਆ, ਮਹਿੰਗੀਆਂ 50 100 ਰੁਪਏ ਦੇ ਆਪਾਂ ਇੰਨੇ ਬ੍ਰਾਂਡਡ ਬਿਸਕਿਟਸ ਲੈ ਕੇ ਖਾਂਦੇ ਆ, ਸਿਰਫ ਕਾਹਦੇ ਲਈ? ਆਪਣੀ ਬੋਡੀ 'ਚ ਜ਼ਹਿਰ ਬਣਾਉਣ ਲਈ। ਮੈਂ ਬਹੁਤ ਹੀ ਸਿੰਪਲ ਔਰ ਜੈਨੂਅਲ ਲੈਂਗੁਏਜ 'ਚ ਇਸ ਕਰਕੇ ਗੱਲ ਕਰਦੀ ਹਾਂ ਤਾਂ ਕਿ ਤੁਸੀਂ ਸਮਝ ਸਕੋ ਇਸ ਚੀਜ਼ ਨੂੰ। ਔਰ ਮੇਰੀ ਇੱਕ ਛੋਟੀ ਜਿਹੀ ਹੋਰ ਰਿਕੁਐਸਟ ਹੈ ਕਿ ਸੈਸ਼ਨ ਬੰਦ ਹੋ ਜਾਵੇ ਤਾਂ ਪਲੀਜ਼ ਉਹਨੂੰ ਦੁਬਾਰਾ ਜੁਆਇਨ ਕਰ ਲੈਣਾ, ਬਿਕੋਜ਼ ਜ਼ੂਮ ਇਜ਼ ਓਨਲੀ 40 ਮਿੰਟ ਸੈਸ਼ਨ। ਸੋ ਇਸ ਕਰਕੇ ਪਲੀਜ਼ ਇਹਨੂੰ ਕੰਟੀਨਿਊ ਕਰਨ ਲਈ ਦੁਬਾਰਾ ਉਸੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਐਡ ਹੋ ਸਕਦੇ ਹੋ। ਤੇ ਵਾਪਿਸ ਆਉਂਦੇ ਆ ਆਪਣੇ ਟੌਪਿਕ ਤੇ ਇਸ ਕਰਕੇ ਜਦੋਂ ਵੀ ਐਡੀਸ਼ਨਲ ਭੁੱਖ ਲੱਗਦੀ ਆ, ਮਖਾਣੇ ਖਾ ਸਕਦੇ ਆ ਇੱਕ ਮੁੱਠੀ ਤੁਸੀਂ ਡਰਾਈ ਰੋਸਟ ਕਰਕੇ, ਠੀਕ ਹੈ। ਉਹ ਚੀਜ਼ਾਂ ਜਿਹੜੀਆਂ ਰੈਗੂਲਰ ਲੈ ਸਕਦੇ ਜਦੋਂ ਭੁੱਖ ਲੱਗਦੀ ਆ। ਫਿਰ ਤੁਹਾਡੇ ਕੁਝ ਬ੍ਰੇਕਫਾਸਟ ਸੀਰੀਅਲਸ ਮੈਂ ਆਪਣੀ ਵੀਡੀਓਜ਼ 'ਚ ਦੱਸਦੀ ਹੈਗੀ ਆ, ਜਿਹੜੇ ਕਿ ਕੁਝ ਸੀਡਸ ਨਟਸ ਦੇ ਨਾਲ ਬਣਾਏ ਜਾਂਦੇ, ਮਿਕਸ ਨਟ ਸੀਡਸ ਬਣਾਏ ਜਾਂਦੇ ਆ, ਚਿੱਪੀ ਮਿਕਸ ਚੀਜ਼ਾਂ ਬਣਾਈ ਜਾਂਦੀਆਂ ਆ, ਜਿਹਨੂੰ ਨਮਕੀਨ ਦੇ ਵਿੱਚ ਥੋੜਾ ਆਪਾਂ ਲੈ ਲਈਦਾ ਆ। ਤੇ ਇਹ ਚੀਜ਼ਾਂ ਨੂੰ ਖਾਓ ਜਿਹੜੀਆਂ ਤੁਹਾਡੀ ਬਾਡੀ ਤੇ ਕੋਈ ਚੀਜ਼ ਗੁੱਡ ਇਫੈਕਟ ਵੀ ਕਰੇ। ਇਹ ਨਹੀਂ ਕਿ ਆਪਾਂ ਇੰਨੇ ਮਹਿੰਗੇ ਮਹਿੰਗੇ, ਅਸੀਂ ਸੋਚਦੇ ਅੱਛਾ ਸ਼ਾਇਦ 10-20 ਰੁਪਏ ਦੇ ਪੈਕਟ ਦੇ ਨਾਲ ਸਾਨੂੰ ਬਾਡੀ ਖਰਾਬ ਹੋ ਰਹੀ ਆ, ਤੇ 100 ਰੁਪਏ ਦਾ ਵਧੀਆ ਬ੍ਰਾਂਡਡ ਬਿਸਕਿਟ ਲੈ ਕੇ ਆਉਂਦੇ ਆ, ਉਹਦੇ ਨਾਲ ਵੀ